ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਇਤਿਹਾਸਕਾਰ ਪ੍ਰੋਫੈਸਰ ਸੁਖਦਿਆਲ ਸਿੰਘ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਰਹੇਗਾ ਕਿ ਅਕਾਲੀ ਦਲ ਦੀ ਹਾਰ ਹੋਈ ਹੈ ਜਾਂ ਫਿਰ ਬਾਦਲ ਪਰਿਵਾਰ ਦੀ ਹਾਰ ਹੋਈ ਹੈ। ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਇੱਕ ਮੀਟਿੰਗ ਸੱਦੋ, ਉੱਥੇ ਸਾਰੇ ਇਕੱਠੇ ਹੋਣ, ਬਹਿ ਕੇ ਗੱਲਬਾਤ ਕੀਤੀ ਜਾਵੇ। ਪਰ ਮੀਟਿੰਗ ਦੇ ਵਿੱਚ ਬਾਕੀ ਅਕਾਲੀ ਧਿਰਾਂ ਜਾਂ ਫਿਰ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੋਂ ਖਫਾ ਰਹੇ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਅਗਵਾਈ ਤੋਂ ਖਫਾ ਰਹੇ। ਜਦੋਂ ਟੌੜਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਹੋਰ ਹੋਣਾ ਚਾਹੀਦਾ ਤੇ ਮੁੱਖ ਮੰਤਰੀ ਹੋਰ, ਮਤਲਬ ਕਿ ਦੋ ਕੁਰਸੀਆਂ ਇੱਕੋ ਘਰ ਜਾਂ ਫਿਰ ਕਹਿ ਲਓ ਕਿ ਇੱਕੋ ਥਾਂ ਤੇ ਕੇਂਦਰੀਕਰਨ ਜਦੋਂ ਕਰ ਦਿੱਤਾ ਜਾਂਦਾ ਹੈ ਤਾਂ ਉਹਦਾ ਨੁਕਸਾਨ ਝੱਲਣਾ ਪੈਂਦਾ। ਪਿਛਲੇ ਸਮੇਂ 'ਚ ਵੀ ਅਕਾਲੀ ਦਲ ਨੂੰ ਝੱਲਣਾ ਪਿਆ। 2022 ਤੇ 2017 ਦੀਆਂ ਚੋਣਾਂ ਤੁਸੀਂ ਦੇਖੀਆਂ। ਇਹ ਸਾਰਾ ਕੁਝ ਜਿਹੜਾ ਇਸ ਵੇਲੇ ਵਿਚਾਰ ਚਰਚਾ ਮੰਗਦਾ। ਸਵਾਗਤ ਹੈ ਤੁਹਾਡਾ ਸੁਖਦਿਆਲ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸਰ। ਜਦੋਂ ਗੱਲ ਹੁੰਦੀ ਆ ਕਿ ਇਹ ਹਾਰ ਕਿਸ ਦੀ ਦੇਖੀ ਜਾਵੇ, ਬਾਦਲ ਪਰਿਵਾਰ ਦੀ ਦੇਖੀ ਜਾਵੇ ਜਾਂ ਫਿਰ ਅਕਾਲੀ ਦਲ ਦੀ ਦੇਖੀ ਜਾਵੇ। ਜੇ ਬਾਦਲ ਪਰਿਵਾਰ ਵੱਲ ਦੇਖਦੇ ਆ ਤਾਂ ਵਿੱਚੋਂ ਇੱਕ ਦੋ ਆਵਾਜ਼ਾਂ ਉੱਠ ਰਹੀਆਂ ਨੇ ਕਿ ਸੁਖਬੀਰ ਬਾਦਲ ਅਸਤੀਫਾ ਦੇ ਕੇ ਲਾਂਭੇ ਹੋ ਜਾਣ। ਸਰਦਾਰ ਸੁਖਵਿੰਦਰ ਸਿੰਘ ਜੀ, ਪਹਿਲੀ ਗੱਲ ਤਾਂ ਇਹ ਕਿਸੇ ਪੰਥ ਦੀ ਹਾਰ ਨਹੀਂ ਹੈ, ਨਾ ਹੀ ਇਹ ਸਿੱਖਾਂ ਦੀ ਹਾਰ ਹੈ। ਇਹ ਬਾਦਲ ਪਰਿਵਾਰ ਦੀ ਹਾਰ ਹੈ। ਇਹ ਉਹਨਾਂ ਲੋਕਾਂ ਦੀ ਹਾਰ ਹੈ ਜਿਨ੍ਹਾਂ ਨੇ ਪੰਥਕ ਨਾਮ ਵਰਤ ਕੇ ਆਪਣੇ ਪਰਿਵਾਰ ਨੂੰ ਪਾਲਿਆ, ਆਪਣੇ ਰਿਸ਼ਤੇਦਾਰਾਂ ਨੂੰ ਪਾਲਿਆ, ਆਪਣੇ ਸਕੇ ਸੰਬੰਧੀਆਂ ਨੂੰ ਪਾਲਿਆ, ਆਪਣੀਆਂ ਜੇਬਾਂ ਭਰੀਆਂ ਨੇ। ਇਹ ਉਹਨਾਂ ਦੀ ਹਾਰ ਹੈ। ਇਹ ਬਦਕਿਸਮਤੀ ਨਾਲ ਪੰਥ ਦਾ ਨਾਂ ਪਿਛਲੇ 25-30 ਸਾਲਾਂ ਤੋਂ ਐਸੇ ਬੁਰੇ ਤਰੀਕੇ ਨਾਲ ਵਰਤੀਦਾ ਆ ਰਿਹਾ ਹੈ ਜਿਹਨੂੰ ਲੋਕ ਸਮਝਦੇ ਨੇ ਕਿ ਇਹ ਪੰਥਕ ਲੀਡਰ ਨੇ ਤੇ ਪੰਥ ਦੀ ਗੱਲ ਕਰਦੇ ਨੇ। ਇਹਨਾਂ ਨੇ ਕਦੇ ਪੰਥ ਦੀ ਗੱਲ ਨਹੀਂ ਕੀਤੀ। ਭਾਵੇਂ ਸ਼੍ਰੋਮਣੀ, ਵੈਸੇ ਤਾਂ 1925 ਤੋਂ ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਅਤੇ 1920 ਤੋਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਣਿਆ, ਉਦੋਂ ਤੋਂ ਹੀ ਪੰਥਕ ਸਭਾ ਦੇ ਵਿੱਚ ਰਾਜਨੀਤੀ ਆ ਗਈ ਹੈ। ਅਗਰ ਉਸ ਰਾਜਨੀਤੀ ਨੂੰ ਸੁਖਵਿੰਦਰ ਸਿੰਘ ਜੀ ਪੰਥ ਦੇ ਹਿੱਤਾਂ ਲਈ ਵਰਤਿਆ ਜਾਂਦਾ ਤਾਂ ਬਹੁਤ ਅੱਛੀ ਗੱਲ ਹੋਣੀ ਸੀ। ਮਾੜੀ ਗੱਲ ਇਹ ਹੋਈ ਹੈ ਕਿ ਪੰਥਕ ਨਾਂ ਨੂੰ ਵਰਤ ਕੇ ਰਾਜਨੀਤੀ ਤਾਂ ਹੁੰਦੀ ਰਹੀ ਹੈ 1925 ਤੋਂ ਲੈ ਕੇ 1947 ਤੋਂ ਲੈ ਕੇ, ਲੇਕਿਨ ਪੰਥਕ ਹਿੱਤਾਂ ਲਈ ਰਾਜਨੀਤੀ ਨਹੀਂ ਕੀਤੀ ਗਈ। ਉਹ ਰਾਜਨੀਤੀ ਕੀਤੀ ਗਈ ਹੈ ਆਪਣੇ ਹਿੱਤਾਂ ਲਈ। 1947 ਤੋਂ ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ। 1925 ਦੀ ਗੱਲ ਤਾਂ ਪੁਰਾਣੀ ਹੋ ਗਈ ਹੈ, ਤਾਂ ਹੀ ਅਸੀਂ 1947 ਦੇ ਵਿੱਚ ਮਾਰ ਖਾਧੀ ਹੈ। ਜੇ ਕਿਤੇ 1925 ਤੋਂ ਲੈ ਕੇ ਜਦੋਂ ਤੋਂ ਸ਼੍ਰੋਮਣੀ ਕਮੇਟੀ ਬਣੀ ਹੈ ਤੇ 1920 ਤੋਂ ਅਕਾਲੀ ਦਲ ਬਣਿਆ, ਜੇ ਕਿਤੇ ਪੰਥ ਦੇ ਲੀਡਰ, ਪੰਥਕ ਨੇਤਾ ਪੰਥ ਨੂੰ ਸਾਹਮਣੇ ਰੱਖ ਕੇ ਰਾਜਨੀਤੀ ਕਰਦੇ ਤਾਂ 1947 ਵਾਲਾ ਜੋ ਸਾਡਾ ਹਾਲ ਹੋਇਆ ਉਜਾੜੇ ਦਾ, ਬਹੁਤ ਬੁਰੇ ਉਜਾੜੇ ਦਾ, ਇਹ ਹਾਲ ਨਹੀਂ ਸੀ ਹੋਣਾ। ਬਿਲਕੁਲ। ਮੁਸਲਿਮ ਲੀਗ ਨੇ ਬੜੀ ਸ਼ਾਨ ਨਾਲ ਆਪਣਾ ਪਾਕਿਸਤਾਨ ਬਣਾ ਲਿਆ। ਇੰਡੀਅਨ ਨੈਸ਼ਨਲ ਕਾਂਗਰਸ ਨੇ ਬੜੀ ਸ਼ਾਨ ਨਾਲ ਆਪਣਾ ਇੰਡੀਅਨ ਇੰਪਾਇਰ ਖੜਾ ਕਰ ਲਿਆ। ਸਾਡਾ ਇੰਪਾਇਰ ਕਿੱਥੇ ਗਿਆ? ਅਸੀਂ ਤਾਂ ਨਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਕਦੇ ਰਾਜ ਕੀਤਾ ਸੀ ਪਹਿਲਾਂ, ਨਾ ਮੁਸਲਿਮ ਲੀਗ ਨੇ ਰਾਜ ਕੀਤਾ ਸੀ। ਉਹਨਾਂ ਦਾ ਇਤਿਹਾਸ ਹੀ ਨਹੀਂ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦਾ ਇਤਿਹਾਸ 1885 ਤੋਂ ਸ਼ੁਰੂ ਹੁੰਦਾ ਹੈ। ਮੁਸਲਿਮ ਲੀਗ ਦਾ ਇਤਿਹਾਸ 1906 ਤੋਂ ਸ਼ੁਰੂ ਹੁੰਦਾ ਹੈ। ਸਾਡਾ ਰਾਜ ਕਰਨ ਦਾ ਇਤਿਹਾਸ 1765 ਤੋਂ ਸ਼ੁਰੂ ਹੁੰਦਾ ਹੈ, 1765 ਈਸਵੀ। ਜੇ ਉਸ ਤੋਂ ਵੀ ਪਹਿਲਾਂ ਜਾਈਏ ਤਾਂ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਜਿੱਤ ਕੇ 1710 ਦੇ ਵਿੱਚ ਖਾਲਸਾ ਰਾਜ ਦੀ ਕਾਇਮੀ ਕੀਤੀ ਸੀ, ਸੁਖਵਿੰਦਰ ਸਿੰਘ, ਅਸੀਂ ਕਹਿ ਸਕਦੇ ਹਾਂ ਕਿ ਅਸੀਂ 1710 ਤੋਂ ਲੈ ਕੇ ਰਾਜ ਕਰਦੇ ਆ ਰਹੇ ਸੀ ਜਾਂ ਰਾਜ ਭਾਗ ਲਈ ਲੜਦੇ ਆ ਰਹੇ ਸੀ। ਵੱਖਰੀ ਗੱਲ ਹੈ ਕਿ ਬੰਦਾ ਸਿੰਘ ਬਹਾਦਰ ਦਾ ਜਿਹੜਾ ਤਾਕਤ ਨਾਲ ਲਿਆ ਹੋਇਆ ਖਾਲਸਾ ਰਾਜ ਸੀ 5-6 ਸਾਲਾਂ ਦਾ ਸੀ, ਕੋਈ ਗੱਲ ਨਹੀਂ। ਅਸੀਂ ਦੁਨੀਆ ਨੂੰ ਦਿਖਾ ਦਿੱਤਾ ਸੀ ਕਿ ਅਸੀਂ ਆਪਣੀ ਤਾਕਤ ਨਾਲ ਆਪਣਾ ਰਾਜ ਭਾਗ ਕਾਇਮ ਕਰ ਸਕਦੇ ਹਾਂ। ਬੇਸ਼ੱਕ 1716 ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਰਾਜ ਭਾਗ ਖੁੱਸ ਗਿਆ, ਕੁਚਲ ਕਰ ਦਿੱਤੀ ਗਈ ਖਾਲਸਾ ਮੂਵਮੈਂਟ, ਲੇਕਿਨ ਖਾਲਸੇ ਨੇ, ਸੁਖਵਿੰਦਰ ਸਿੰਘ ਜੀ, ਪਿੱਛੇ ਮੁੜ ਕੇ ਨਹੀਂ ਦੇਖਿਆ। ਖਾਲਸੇ ਨੇ 1716 ਦੇ ਵਿੱਚ ਬਹੁਤ ਭਿਆਨਕ ਆਪਣਾ ਘੱਲੂਕਾਰਾ ਦੇਖਣ ਦੇ ਬਾਵਜੂਦ ਵੀ ਐਸਾ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ। ਕਿਧਰੇ ਅਹਿਮਦ ਸ਼ਾਹ ਅਬਦਾਲੀ ਭੱਜ ਗਿਆ ਸੁਖਵਿੰਦਰ ਸਿੰਘ, ਕਿਧਰੇ ਮੁਗਲ ਹਕੂਮਤ ਨੂੰ ਉਡਾ ਦਿੱਤਾ ਖਾਲਸੇ ਨੇ। ਅਲਟੀਮੇਟਲੀ ਲਾਹੌਰ ਜਿੱਤ ਕੇ 1765 ਦੇ ਵਿੱਚ ਲਾਹੌਰ ਦੇ ਵਿੱਚ ਖਾਲਸਾ ਰਾਜ ਕਾਇਮ ਕਰ ਲਿਆ ਸੀ। ਇਹ ਹੁੰਦੀ ਹੈ ਪੰਥਕ ਨੇਤਾਵਾਂ ਦੀ ਗੱਲ, ਇਹ ਹੁੰਦੀ ਹੈ ਪੰਥਕ ਆਸ਼ਿਆਂ ਦੀ ਗੱਲ।
ਜੀ 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 ਜੇ ਮੁਸਲਿਮ ਲੀਗ ਨੂੰ ਪਾਕਿਸਤਾਨ ਦੇਣਾ ਤਾਂ ਸਾਨੂੰ ਵੀ ਖਾਲਿਸਤਾਨ ਦਿਓ। ਇਹ ਬੇਵਕੂਫਾਂ ਵਾਲੀ ਗੱਲ ਹੈ। ਜੇ ਮੁਸਲਮਾਨਾਂ ਨੂੰ ਵੱਖਰਾ ਦੇ ਦੇਣਾ, ਸਾਨੂੰ ਵੀ ਵੱਖਰਾ ਦੇ ਦਿਓ। ਕਿਉਂ? ਤੁਹਾਡਾ ਜਿਹੜਾ ਨਿਸ਼ਾਨਾ ਉਹ ਮੁਸਲਮਾਨਾਂ ਦੇ ਨਾਲ ਹੀ ਮਿਲਦਾ ਜੁਲਦਾ, ਹੋ ਤੁਹਾਡਾ ਆਪਣਾ ਨਿਸ਼ਾਨਾ ਕੋਈ ਨਹੀਂ ਹੈਗਾ। ਸਾਡੀ ਪੰਥਕ ਲੀਡਰਸ਼ਿਪ ਨੇ, ਉਸ ਲੀਡਰਸ਼ਿਪ ਨੇ ਜਿਹੜੀ 1925 ਦੇ ਐਕਟ ਵਿੱਚੋਂ ਨਿਕਲੀ ਸੀ, ਉਸ ਲੀਡਰਸ਼ਿਪ ਨੇ ਜਿਹੜੇ 1920 ਦੇ ਅਕਾਲੀ ਦਲ ਵਿੱਚੋਂ ਨਿਕਲੀ ਸੀ, ਉਹਨੇ ਉਸ ਰਾਜ ਨੂੰ ਵਾਪਸ ਲੈਣ ਦੀ ਸੁਖਵਿੰਦਰ ਸਿੰਘ ਗੱਲ ਹੀ ਨਹੀਂ ਕੀਤੀ। ਬਿਲਕੁਲ। ਜਿਹੜੇ ਰਾਜ ਨੂੰ ਸਾਡੇ ਕੋਲੋਂ 1849 ਦੇ ਵਿੱਚ ਅੰਗਰੇਜ਼ਾਂ ਨੇ ਖੋਲਿਆ ਸੀ, ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਹਰਾ ਕੇ, ਸਾਨੂੰ ਹਰਾ ਕੇ ਬੁਰੀ ਤਰ੍ਹਾਂ, ਭਾਵੇਂ ਕਿਸੇ ਵੀ ਤਰੀਕੇ ਨਾਲ ਹਰਾਇਆ, ਸਾਡੇ ਕੋਲੋਂ ਰਾਜ ਭਾਗ ਖੋਇਆ ਗਿਆ ਸੀ। ਅਸੀਂ ਆਪਣੇ ਆਪ ਨਹੀਂ ਰਾਜ ਭਾਗ ਛੱਡਿਆ, ਅਸੀਂ ਕਿਸੇ ਸੰਧੀ ਹੇਠ ਨਹੀਂ ਰਾਜ ਭਾਗ ਛੱਡਿਆ, ਸਾਨੂੰ ਹਰਾ ਕੇ ਸਾਡਾ ਰਾਜ ਲਿਆ ਗਿਆ। ਕਿਉਂ ਲਾਏ ਸੀ? 1849 ਤੋਂ ਅੰਗਰੇਜ਼ ਆ ਗਏ ਸੀ ਪੰਜਾਬ ਦੇ ਵਿੱਚ, 1947 ਤੱਕ ਅੰਗਰੇਜ਼ ਰਹੇ। ਸਾਡਾ ਹਿੰਦੁਸਤਾਨ ਨਾਲ ਕੋਈ ਵਾਸਤਾ ਨਹੀਂ ਸੀ। ਤੁਸੀਂ ਮੈਨੂੰ ਇੱਕ ਵੀ ਗੱਲ ਦੱਸ ਦਿਓ, ਅਸੀਂ ਹਿੰਦੁਸਤਾਨ ਚ ਰਹਿਣੇ ਕਦੋਂ ਆ ਜੀ? 1849 ਤੱਕ ਸਾਡਾ ਆਪਣਾ ਰਾਜ ਭਾਗ ਸੀ। 1849 ਦੇ ਵਿੱਚ ਸਾਨੂੰ ਬ੍ਰਿਟਿਸ਼ਰਜ਼ ਨੇ ਜਿੱਤ ਲਿਆ, ਅਸੀਂ ਅਧੀਨ ਹੋ ਗਏ। ਅਸੀਂ ਅੰਗਰੇਜ਼ਾਂ ਦੇ ਅਧੀਨ ਸੀ, ਅਸੀਂ ਇੰਡੀਆ ਦੇ ਅਧੀਨ ਨਹੀਂ ਸੀ, ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਅਧੀਨ ਨਹੀਂ ਸੀ, ਅਸੀਂ ਨਾ ਅਸੀਂ ਮੁਸਲਿਮ ਲੀਗ ਦੇ ਅਧੀਨ ਸੀ, ਅਸੀਂ ਅੰਗਰੇਜ਼ਾਂ ਦੇ ਅਧੀਨ ਸੀ। ਜਦੋਂ ਅੰਗਰੇਜ਼ ਜਾ ਰਹੇ ਸੀ, ਪਤਾ ਲੱਗ ਗਿਆ ਸੀ 1942 ਚ ਹੀ ਪਤਾ ਲੱਗ ਗਿਆ ਸੀ ਕਿ ਅੰਗਰੇਜ਼ਾਂ ਨੇ ਚਲੇ ਜਾਣਾ ਹੈ ਇੱਥੋਂ। ਸਾਡੀ ਮੂਰਖ ਲੀਡਰਸ਼ਿਪ ਨੇ ਇੱਕ ਵਾਰ ਵੀ ਨਹੀਂ ਇਹੀ ਸੋਚਿਆ ਕਿ ਤੁਸੀਂ ਸਾਡੇ ਕੋਲੋਂ ਪੰਜਾਬ ਖੋਇਆ ਸੀ, ਉਹ ਪੰਜਾਬ ਸਾਨੂੰ ਵਾਪਸ ਕਰ ਦਿਓ। ਸਾਨੂੰ ਮਹਾਰਾਜਾ ਦਲੀਪ ਸਿੰਘ ਦੇ ਰਾਜ ਭਾਗ ਦੀ ਵਾਪਸੀ ਦੀ ਲੋੜ ਸੀ। ਸਾਨੂੰ ਜਿਹੜਾ ਸੰਘਰਸ਼ ਕੀਤਾ ਸਾਡੇ ਮੂਰਖ ਲੀਡਰਾਂ ਨੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਪਿੱਛੇ ਲੱਗ ਕੇ ਜਾਂ ਮੁਸਲਿਮ ਲੀਗ ਦੇ ਟੱਕਰ ਵਿੱਚ ਜਿਹੜਾ ਸੰਘਰਸ਼ ਕੀਤਾ, ਉਹ ਇੰਡੀਆ ਲਈ ਸੀ। ਉਹ ਮਹਾਰਾਜਾ ਦਲੀਪ ਸਿੰਘ ਦੇ ਰਾਜ ਭਾਗ ਨੂੰ ਵਾਪਸ ਲੈਣ ਲਈ ਨਹੀਂ ਸੀ, ਉਹ ਖਾਲਸਾ ਰਾਜ ਦੀ ਕਾਇਮੀ ਲਈ ਨਹੀਂ ਸੀ। ਇਹੀ ਹਾਲ ਸਾਡਾ, ਇਸੇ ਕਰਕੇ ਸਾਡਾ ਬੁਰਾ ਹਾਲ ਹੋਇਆ। ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚੋਂ ਬਿਲਕੁਲ ਕੱਢ ਦਿੱਤਾ। ਉਹ ਨਿਸ਼ਾਨੀਆਂ ਲਾਹੌਰ ਸਾਡੇ ਕੋਲੋਂ ਖੋਹ ਲਿਆ, ਸਾਡੇ ਕੋਲੋਂ ਜ਼ਮੀਨਾਂ ਖੋਹ ਲੀਆਂ ਜਿਹੜੀਆਂ ਖਾਲਸੇ ਨੇ ਜਿੱਤੀਆਂ ਸੀ ਔਰ ਖਾਲਸੇ ਨੇ ਜ਼ਗੀਰਾਂ ਦੇ ਰੂਪ ਵਿੱਚ ਦਿੱਤੀਆਂ ਸੀ। ਸਾਡੇ ਕੋਲ ਲਾਹੌਰ ਖੁੱਸ ਗਿਆ, ਉਹ ਸਾਰੀਆਂ ਹਵੇਲੀਆਂ ਖੁੱਸ ਗਈਆਂ, ਕਿਲੇ ਖੁੱਸ ਗਏ, ਉਹ ਪੰਜਾਬ ਹੀ ਖੁੱਸ ਗਿਆ, ਉਹ ਪੰਜਾਬ ਹੀ ਖੁੱਸ ਗਿਆ ਸਾਡੇ ਕੋਲੋਂ। ਸਾਡੀ ਮੂਰਖ ਲੀਡਰਸ਼ਿਪ ਨੇ ਇੱਕ ਵਾਰ ਵੀ ਨਹੀਂ ਦੇਖਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਰਲ ਕੇ ਤੁਸੀਂ ਲੈ ਕੀ ਲੈਣਾ ਸੀ ਤੇ ਲਿਆ ਕੀ ਹੈ ਤੁਸੀਂ। ਜਦੋਂ 15 ਅਗਸਤ 1947 ਨੂੰ ਜਦੋਂ ਗੋਪੀ ਚੰਦ ਭਾਰਗੋ ਦੀ ਅਗਵਾਈ ਹੇਠ ਪੰਜਾਬ ਦੀ ਸਰਕਾਰ ਬਣੀ ਹੈ, ਕਿੱਥੇ ਸਿੱਖ ਨੇ? ਗਵਰਨਰ ਮੁੱਖ ਮੰਤਰੀ ਗੋਪੀ ਚੰਦ ਭਾਰਗੋ ਹੈ ਜੀ, ਬਿਲਕੁਲ। ਗਵਰਨਰ ਚੰਦੂ ਲਾਲ ਤ੍ਰਿਵੇਦੀ ਹੈ, ਸਾਰੇ ਚੀਫ ਸੈਕਟਰੀ ਸਾਰੇ ਹਿੰਦੂ ਨੇ। ਉਹ ਸਾਡੀ ਮੂਰਖ ਲੀਡਰਸ਼ਿਪ ਕੁੱਟ ਖਾ ਕੇ ਅੰਮ੍ਰਿਤਸਰ ਆ ਕੇ ਬੈਠੀ ਰਹੀ। ਇੱਕ ਵਾਰ ਵੀ ਨਹੀਂ ਸੋਚਿਆ ਤੁਸੀਂ 15 ਅਗਸਤ ਨੂੰ ਤੁਹਾਡੀ ਸ਼ਿਫਟਿੰਗ ਹੋਈ ਹੈ ਹਿੰਦੁਸਤਾਨ ਦੇ ਵਿੱਚ, ਤੁਸੀਂ ਲਿਆ ਕੀ ਹੈ ਹਿੰਦੁਸਤਾਨ ਦੇ ਵਿੱਚ? ਨਾ ਪੰਜਾਬੀ ਸੂਬੇ ਬਾਰੇ ਪਹਿਲਾਂ ਗੱਲ ਕੀਤੀ, ਨਾ ਇਹ ਗੱਲ ਕੀਤੀ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਕਿ 15 ਅਗਸਤ ਨੂੰ ਜਦੋਂ ਟ੍ਰਾਂਸਫਰ ਹੋਏਗੀ ਤਾਕਤ ਤਾਂ ਪੰਜਾਬ ਦੇ ਵਿੱਚ ਹਕੂਮਤ ਕਿਹਦੀ ਹੋਏਗੀ? ਅਸੀਂ ਸ਼ਰਨਾਰਥੀ ਬਣ ਕੇ ਆਏ ਸੀ ਇੱਥੇ, ਸਾਡੀ ਲੀਡਰਸ਼ਿਪ ਸ਼ਰਨਾਰਥੀ ਬਣ ਕੇ ਆਈ ਸੀ। ਉਹ ਗੋਡਿਆਂ 'ਚ ਮੂੰਹ ਦੇਈ ਬੈਠੀ ਸੀ। ਉਹ ਇੱਥੇ ਗੋਪੀ ਚੰਦ ਭਾਰਗੋ ਮੁੱਖ ਮੰਤਰੀ ਦੀ ਸਹੁੰ ਚੁੱਕ ਰਿਹਾ ਸੀ, ਜਵਾਹਰ ਲਾਲ ਨਹਿਰੂ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਸਹੁੰ ਚੁੱਕ ਰਿਹਾ ਸੀ, ਸਾਰੇ ਪਾਸੇ ਫੁੱਲ ਝੜੀਆਂ, ਆਤਿਸ਼ਬਾਜ਼ੀਆਂ, ਰੋਸ਼ਨੀ ਹੋ ਰਹੀ ਸੀ। ਔਰ ਸਾਡੀ ਲੀਡਰਸ਼ਿਪ ਅੰਮ੍ਰਿਤਸਰ ਦੇ ਵਿੱਚ ਗੋਡਿਆਂ 'ਚ ਮੂੰਹ ਦੇਈ ਬੈਠੀ ਸੀ ਕਿ ਹੋ ਕੀ ਗਿਆ ਹੈ। ਕੌਮ ਉੱਜੜ ਕੇ ਆ ਰਹੀ ਸੀ, ਸਭ ਕੁਝ ਖੋਹ ਲਿਆ, ਗੁਰਦੁਆਰੇ ਖੁੱਲੇ ਛੱਡਿਆ ਹੈ, ਉੱਥੇ ਨਨਕਾਣਾ ਸਾਹਿਬ ਜਿਹੜਾ ਹੋਮਲੈਂਡ ਸੀ ਸਾਡਾ, ਲਾਹੌਰ ਜਿਹੜੀ ਸਾਡੀ ਰਾਜਧਾਨੀ ਸੀ, ਸਭ ਛੱਡਿਆ ਹੈ। ਮਿਲਿਆ ਕੀ ਇੱਥੇ? ਪੰਜਾਬ ਦੀ ਰਾਜਧਾਨੀ ਵੀ ਨਹੀਂ ਮਿਲੀ ਇੱਥੇ ਆ ਕੇ। ਸਾਡੀ ਮੂਰਖ ਲੀਡਰਸ਼ਿਪ ਨੂੰ ਜਿਹੜੀ ਨਵੀਂ ਰਾਜਧਾਨੀ ਕਾਇਮ ਕੀਤੀ ਸੀ ਪੰਜਾਬ ਦੀ, ਉਹ ਵੀ ਨਹੀਂ ਮਿਲੀ। ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ? ਕਿਹੜੇ ਪੰਥ ਦੀਆਂ ਗੱਲਾਂ ਕਰਦੇ ਹੋ ਤੁਸੀਂ? ਕਿਹੜੇ ਸਿੱਖ ਸਮਾਜ ਦੀਆਂ ਗੱਲਾਂ ਕਰਦੇ ਹੋ? ਗੱਲਾਂ ਇਹਨਾਂ ਦੇ ਲੋਕਾਂ ਦੀਆਂ ਕਰੋ। ਤੁਹਾਡੀ ਅਚੀਵਮੈਂਟ ਕੀ ਹੈ? ਪੰਥ ਤਾਂ ਹਰ ਸਮੇਂ, ਜਦੋਂ ਇਹਨਾਂ ਲੋਕਾਂ ਨੇ ਪੰਥ ਨੂੰ ਕਾਲ ਦਿੱਤੀ ਹੈ ਮੋਰਚੇ ਭਰਨ ਦੀ, ਲੜਾਈ ਕਰਨ ਦੀ, ਪੰਥ ਤਾਂ ਅੱਗੇ ਆ ਕੇ ਲੜਦਾ ਰਿਹਾ। ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਉਭਾਰ ਦੇਖ ਹੀ ਲਿਆ, ਕਿਵੇਂ ਪੂਰੀ ਦੀ ਪੂਰੀ ਸਿੱਖ ਕੌਮ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਆਲੇ ਦੁਆਲੇ ਇਕੱਠੀ ਹੋ ਗਈ ਸੀ, ਕਿਵੇਂ ਫੌਜ ਦਾ ਮੁਕਾਬਲਾ ਕੀਤਾ। ਇਹਦੇ ਵਿੱਚ ਅਨੇਕਾਂ ਗੱਲਾਂ ਨੇ, ਲੇਕਿਨ ਪੰਥ ਨੇ ਤੁਹਾਨੂੰ ਦਿਖਾ ਦਿੱਤਾ ਕਿ ਜੇ ਕੋਈ ਮਰਨ ਵਾਲਾ ਲੀਡਰ ਸਾਨੂੰ ਕਾਲ ਕਰੂਗਾ, ਪੰਥ ਉਹਦੀ ਕਾਲ ਤੇ ਵੀ ਇਕੱਠਾ ਹੁੰਦਾ ਰਿਹਾ। ਜੇ ਕੋਈ ਜੇਲਾਂ ਭਰਨ ਦੀ ਕਾਲ ਕਰਦਾ ਰਿਹਾ, ਪੰਥ ਨੇ ਜੇਲਾਂ ਵੀ ਭਰੀਆਂ ਨੇ।
ਲੇਕਿਨ ਜਦੋਂ ਪੰਥ ਨੂੰ ਪਿੱਠ ਦਿੱਤੀ ਹੈ, ਜਦੋਂ ਵੀ ਪੰਥ ਨੂੰ ਪਿੱਠ ਦਿੱਤੀ ਹੈ, ਪੰਥਕ ਨੇਤਾਵਾਂ ਨੇ ਦਿੱਤੀ ਹੈ, ਪੰਥ ਇਹਨਾਂ ਲੋਕਾਂ ਨੇ ਦਿੱਤੇ ਜਿਹੜੇ ਅਕਾਲੀ ਕਹਾਉਂਦੇ ਨੇ ਆਪਦੇ ਆਪ ਨੂੰ। ਮੇਰਾ ਖਾਨਦਾਨ, ਮੈਂ ਮੁੱਢ ਕਦੀਮੋਂ ਅਕਾਲੀਆਂ ਅਸੀਂ, ਮੇਰਾ ਅਕਾਲੀ ਕਹਿਣ ਨੂੰ ਜੀ ਨਹੀਂ ਕਰਦਾ ਕਿ ਇਹ ਅਕਾਲੀ ਲੀਡਰ ਨੇ। ਇਹ ਲੀਡਰ ਸਵਾਰਥੀ ਨੇ। ਇਹਨਾਂ ਦੇ ਸਵਾਰਥਾਂ ਕਾਰਨ ਇਹਨਾਂ ਨੇ ਆਪਣਾ ਵੀ ਜਲੂਸ ਕੱਢ ਲਿਆ, ਇਹਨਾਂ ਨੇ ਸਿੱਖਾਂ ਦਾ ਵੀ ਜਲੂਸ ਕੱਢ ਦਿੱਤਾ, ਇਹਨਾਂ ਨੇ ਪੰਥ ਦਾ ਦਿੱਤਾ। ਦਿਨ ਰਾਤ ਤਾਂ ਕਹਿੰਦੇ ਨੇ ਝੂਲ ਤੇ ਨਿਸ਼ਾਨ ਰਹੇ ਨੇ ਪੰਥ ਮਹਾਰਾਜ ਕੇ, ਲੇਕਿਨ ਇਹ ਤਾਂ ਝੂਲ ਤੇ ਨਿਸ਼ਾਨਾਂ ਨੂੰ ਛੱਡ ਰਹੇ ਨੇ, ਤਾਂ ਇਹਨਾਂ ਦਾ ਝੂਲ ਤੇ ਨਿਸ਼ਾਨਾਂ ਨੂੰ ਨੀਵਾਂ ਕਰਤਾ। ਦੂਜੇ ਲੋਕਾਂ ਭਾਵੇਂ ਇਹ ਹੈ ਵੀ ਪੰਥ ਹਾਰ ਗਿਆ, ਜਾਂ ਦੂਜੇ ਲੋਕਾਂ ਨੂੰ ਇਹ ਭੁਲੇਖਾ ਪੈਂਦਾ ਕਿ ਸਿੱਖ ਹਾਰ ਗਏ। ਕੋਈ ਨਹੀਂ ਹਾਰਿਆ, ਸਿੱਖ ਉਵੇਂ ਜਿਵੇਂ ਕਾਇਮ ਨੇ, ਪੰਥ ਉਵੇਂ ਜਿਵੇਂ ਕਾਇਮ ਹੈ, ਅੱਜ ਵੀ ਅਸੀਂ ਉਵੇਂ ਜਿਵੇਂ ਕਾਇਮ ਹੈ। ਮੈਂ ਨਾ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਆ, ਨਾ ਕਾਂਗਰਸ ਨੂੰ ਵੋਟ ਪਾਈ, ਮੈਂ ਕਿਸੇ ਨੂੰ ਵੋਟ ਨਹੀਂ ਪਾਈ, ਮੈਂ ਇਸ ਮੂਰਖ ਟੋਲੇ ਨੂੰ ਵੀ ਵੋਟ ਨਹੀਂ ਪਾਈ, ਮੈਂ ਕਿਸੇ ਨੂੰ ਵੋਟ ਨਹੀਂ ਪਾਈ, ਕਿਉਂਕਿ ਮੈਨੂੰ ਪਤਾ ਹੈ ਸਾਰੇ ਲੋਕ ਲੋਟੂ ਟੋਲਾ ਹੈ, ਕਾਂਗਰਸ ਵੀ ਲੁੱਟਦੀ ਰਹੀ ਹੈ। ਇਹਨਾਂ ਲੋਕਾਂ ਨੇ ਤਾਂ ਬਾਦਲ ਦਲੀਆ ਨੇ ਮੇਰਾ ਅਕਾਲੀ ਕਹਿਣ ਨੂੰ ਜੀ ਨਹੀਂ ਕਰਦਾ। ਅੱਜ ਤੁਸੀਂ ਕਿਸੇ ਵੀ ਅਕਾਲੀ ਦੇ ਘਰ ਚਲੇ ਜਾਓ, ਕਲੀਨ ਸ਼ੇਵਡ ਹੋਊਗਾ, ਜਦੋਂ ਯੂਥ ਅਕਾਲੀ ਦਲ ਕੀ ਕਲੀਨ ਸ਼ੇਵਡ ਹੈ, ਜਾਂ ਫਿਰ ਜੇ ਕਲੀਨ ਸ਼ੇਵਡ ਨਹੀਂ ਹੈਗਾ, ਪੱਗ ਬੰਨ੍ਹਦਾ ਤੇ ਦਾੜੀਆਂ ਕੱਟੀਆਂ ਹੋਈਆਂ ਨੇ ਉਹਨਾਂ ਦੀਆਂ, ਆਉਂਦਾ ਜਾਂਦਾ ਕੁਝ ਨਹੀਂ ਹੈਗਾ। ਇਸ ਵੱਡੇ ਪ੍ਰਧਾਨ ਨੂੰ, ਜਿਹੜਾ ਅੱਜ ਪ੍ਰਧਾਨ ਬਣਿਆ ਫਿਰਦਾ ਸੁਖਬੀਰ ਬਾਦਲ, ਇਹਨੂੰ ਮੂਲ ਮੰਤਰ ਇਹਦੇ ਕੋਲ ਸੁਣ ਲਓ। ਸਿੱਧੀ ਜੀ ਗੱਲ ਹੈ, ਇੱਕ ਸਿੰਪਲ ਜੀ ਗੱਲ, ਇਹਦੇ ਕੋਲ ਮੂਲ ਮੰਤਰ ਦਾ ਪਾਠ ਸੁਣ ਲਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਸਾ ਜੁਗਾ ਸਾਹਿਬ। ਇਹਦੇ ਕੋਲ ਇਹੀ ਸੁਣ ਕੇ ਦੇਖ ਲਓ, ਇਹਦੇ ਕੋਲ ਇਹੀ ਨਹੀਂ ਸੁਣਾ ਸਕੇਗਾ। ਔਰ ਇਹ ਅਕਾਲੀ ਦਲ ਦਾ ਪ੍ਰਧਾਨ ਹੈ। ਇਹਦੇ ਬਾਪ ਕੋਲੋਂ ਸੁਣ ਲਓ, ਬਾਦਲ ਕੋਲ, ਕਿ ਮੂਲ ਮੰਤਰ ਦਾ ਪਾਠ ਹੀ ਸੁਣਾ ਦਿਓ ਸਾਨੂੰ। ਜੇ ਸੁਣਾ ਗਿਆ, ਮੈਂ ਕਹਿੰਦਾ ਤੁਸੀਂ ਟੈਸਟ ਲੈ ਕੇ ਦੇਖੋ, ਤੁਸੀਂ ਜਿਸ ਤਰ੍ਹਾਂ ਤੁਸੀਂ ਸਾਡੀਆਂ ਇੰਟਰਵਿਊ ਕਰ ਰਹੇ ਹੋ, ਤੁਸੀਂ ਵੱਡੇ ਬਾਦਲ ਦੀ ਤੇ ਛੋਟੇ ਬਾਦਲ ਦੀ ਇੰਟਰਵਿਊ ਕਰਕੇ ਦੇਖੋ, ਔਰ ਉਹਨਾਂ ਨੂੰ ਕਹੋਗੇ ਜੀ ਪਹਿਲਾਂ ਮੂਲ ਮੰਤਰ ਦਾ ਪਾਠ ਸੁਣਾ ਦਿਓ। ਪ੍ਰੋਫੈਸਰ ਸਾਹਿਬ ਇੰਨਾ ਦਾ ਪਾਠ ਸੁਣਾ ਗਏ ਜੀ ਮੈਂ ਤੁਸੀਂ ਗੱਲ ਅੱਗੇ ਪੂਰੀ ਕਰਿਓ, ਮੈਂ ਸਵਾਲ ਵਿੱਚ ਜੋੜਦਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਹੁਣ ਤੱਕ ਅਕਾਲੀ ਦਲ ਦੇ ਵਿੱਚ ਉਹੋ ਜਿਹੀ ਮੂਵਮੈਂਟ ਕਿਉਂ ਨਹੀਂ ਖੜੀ ਹੋ ਸਕੀ? ਜੇ ਬਾਦਲ ਪਰਿਵਾਰ ਹੀ ਸਾਰਾ ਇਸ ਲਈ ਜ਼ਿੰਮੇਵਾਰ ਹੈ, ਜਾਂ ਉਹ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਜਿਹੜੀ ਰਹੀ ਉਹ ਜ਼ਿੰਮੇਵਾਰ ਹੈ, ਤਾਂ ਉਹ ਮੂਵਮੈਂਟ ਕਿਉਂ ਨਹੀਂ ਖੜੀ ਕਰ ਸਕੇ? ਕਿਉਂ ਨਹੀਂ ਲੋਕਾਂ ਨੂੰ ਦੱਸ ਸਕੇ? ਹੁਣ ਜੇ ਕਿਸੇ ਨੂੰ ਕਹਿ ਦੋ ਕਿ ਅਕਾਲੀ ਦਲ ਦੀ ਪੁਨਰ ਸੁਰਜੀਤੀ ਜਾਂ ਮੁੜ ਸੁਰਜੀਤੀ ਚਾਹੀਦੀ ਹੈ, ਪੰਜਾਬ ਦੀ ਇੱਕ ਖੇਤਰੀ ਪਾਰਟੀ ਦਾ ਉਭਾਰ ਚਾਹੀਦਾ ਆ, ਉਹ ਅਕਾਲੀ ਦਲ ਚੋਂ ਹੀ ਦੇਖਦੇ ਨੇ, ਤਾਂ ਪਰ ਲੋਕ ਕਹਿੰਦੇ ਨੇ ਕਿ ਤੁਸੀਂ ਮਾਫੀਏ ਦਾ ਸਾਥ ਦਿੰਦੇ ਹੋ। ਲੋਕ ਅਕਾਲੀ ਦਲ ਨੂੰ ਹੁਣ ਮਾਫੀਏ ਨਾਲ ਜੋੜਦੇ ਨੇ। ਸੁਖਵਿੰਦਰ ਸਿੰਘ, ਇਹਨੂੰ ਸਿੱਖਾਂ ਦੀ ਬਦਕਿਸਮਤੀ ਹੀ ਕਹਿ ਸਕਦੇ ਆ, ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਬਾਦਲ ਪਰਿਵਾਰ ਦੇ ਵਿੱਚੋਂ ਵੀ ਲੀਡਰਸ਼ਿਪ ਆਈ ਹੈ, ਬਾਹਰੋਂ ਵੀ। ਸੁਰਜੀਤ ਸਿੰਘ ਬਰਨਾਲਾ ਬਾਹਰੋਂ ਹੀ ਸੀ। ਸੁਰਜੀਤ ਸਿੰਘ ਬਰਨਾਲਾ ਨੇ ਇਸ ਤੋਂ ਵੱਡਾ ਗੀਤੀਪਣ ਦਿਖਾਇਆ। ਉਹਨਾਂ ਨੇ ਨਿਕਲ ਕੇ ਅਕਾਲੀ ਦਲ ਦੇ ਵਿੱਚੋਂ ਆਪਣਾ ਸਮਝੌਤਾ ਕੀਤਾ ਜੁਲਾਈ ਦਾ, ਕਿ ਇਹ 25 ਜੁਲਾਈ ਨੂੰ ਪੰਜਾਬ ਸਮਝੌਤਾ, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਲੀਡਰਸ਼ਿਪ ਆਈ ਹੈ। ਉਹਨਾਂ ਨੇ ਜੇ ਸਮਝੌਤਾ ਕੀਤਾ ਸੀ ਤਾਂ ਸਮਝੌਤੇ ਪਿੱਛੇ ਅੜਨਾ ਸੀ। ਅੜਨ ਦੀ ਕਾਰਵਾਈ 26 ਜਨਵਰੀ 1986 ਸੀ, ਜਦੋਂ ਪੰਜਾਬ ਸਮਝੌਤੇ ਮੁਤਾਬਕ 26 ਜਨਵਰੀ 1986 ਨੂੰ ਚੰਡੀਗੜ੍ਹ ਦਿੱਤਾ ਜਾਣਾ ਸੀ ਪੰਜਾਬ ਨੂੰ। 26 ਜਨਵਰੀ 1986 ਨੂੰ ਚੰਡੀਗੜ੍ਹ ਨਹੀਂ ਦਿੱਤਾ ਗਿਆ, ਲੇਕਿਨ ਇਹ ਲੋਕ ਉਵੇਂ ਜਿਵੇਂ ਮੁੱਖ ਮੰਤਰੀ ਬਣ ਕੇ ਆਪਦਾ ਰਾਜ ਭਾਗ ਮਾਣਦੇ ਰਹੇ। ਬੇਸ਼ੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਉਦੋਂ ਪਹਿਲਾਂ ਮਾਰ ਦਿੱਤਾ ਗਿਆ ਸੀ। ਤੇ ਇਹ ਲੰਬੀਆਂ ਚੌੜੀਆਂ ਗੱਲਾਂ ਨੇ। ਇਹਨੂੰ ਮੈਂ ਇਹ ਕਹਿ ਸਕਦਾ ਕਿ ਸਾਡੀ ਬਦਕਿਸਮਤੀ ਹੈ। ਸਾਡੀ ਬਦਕਿਸਮਤੀ 1947 ਤੋਂ ਲਗਾਤਾਰ ਸਾਡਾ ਖਹਿੜਾ ਨਹੀਂ ਛੱਡ ਰਹੀ। ਸਾਡੀ ਬਦਕਿਸਮਤੀ 1947 ਤੋਂ ਸਾਡਾ ਖਹਿੜਾ ਨਹੀਂ ਛੱਡ ਰਹੀ। ਜਿਹੜਾ ਵੀ ਲੀਡਰ ਆਇਆ ਸ਼੍ਰੋਮਣੀ ਕਮੇਟੀ ਵਿੱਚ ਵੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ, ਉਹ ਵਿਕਾਊ ਰਿਹਾ, ਡਰਪੋਕ ਰਿਹਾ, ਉਹ ਡਰਦਾ ਰਿਹਾ। ਕਿਸੇ ਨੇ ਕੁਛ ਨਹੀਂ ਕੀਤਾ ਪੰਥ ਦਾ। ਮੈਂ ਕਹਿੰਦਾ ਅੱਜ ਪਹਿਲੀਆਂ ਸ਼ਰਤਾਂ ਨੇ ਕਿ ਇੱਕ ਤਾਂ ਜਦੋਂ ਤੱਕ ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਦਾ, ਪੰਜਾਬ ਪੂਰਾ ਨਹੀਂ ਹੁੰਦਾ। 1966 ਦਾ ਪੰਜਾਬੀ ਸੂਬਾ ਬਣਿਆ ਹੋਇਆ, ਚੰਡੀਗੜ੍ਹ ਅਜੇ ਤੱਕ ਨਹੀਂ ਮਿਲਿਆ। ਤੁਸੀਂ ਕਿਹਦੇ ਸਿਰ ਤੇ ਫਿਰ ਰਹੇ ਹੋ? ਕਿ ਕਿਹੜੀ ਗੱਲ ਨੂੰ ਤੁਸੀਂ ਆਪਣੀ ਅਚੀਵਮੈਂਟ ਕਹਿ ਰਹੇ ਹੋ? ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ 1966 ਤੋਂ ਲੈ ਕੇ ਅੱਜ ਤੱਕ ਚੰਡੀਗੜ੍ਹ ਨਹੀਂ ਮਿਲਿਆ। ਸਾਡੇ ਜਿਹੜੇ ਪਾਣੀ ਨੇ, ਜਿਨ੍ਹਾਂ ਨੂੰ ਅਸੀਂ 5 ਦਰਿਆਵਾਂ ਦੀ ਧਰਤੀ ਪੰਜਾਬ ਦੀ ਕਹਿੰਦੇ ਆ, ਉਹ ਦਰਿਆ ਹੀ ਸਾਡੇ ਕੋਲ ਨਹੀਂ ਹੈਗੇ। ਉਹਨਾਂ ਦਾ ਪ੍ਰਬੰਧ ਹੀ ਸਾਡੇ ਕੋਲ ਨਹੀਂ ਹੈਗੇ। ਹੈੱਡਵਰਕ ਸਾਡੇ ਕੋਲ, ਤੁਹਾਡੇ ਕੋਲ ਹੈ ਕੀ?
ਸਿਵਾਏ ਆ ਲੋਕਾਂ ਦੇ ਉੱਤੇ ਇੱਕ ਟੈਕਸ ਲਾ ਸਕਦੇ ਹੋ, ਜਾਂ ਜਿਹੜਾ ਦਰਿਆਵਾਂ ਦੇ ਵਿੱਚ ਰੇਤਾ ਆਇਆ ਅੱਜ ਕੱਲ੍ਹ ਪਿਛਲੇ 15-16 ਸਾਲਾਂ ਤੋਂ, ਅੱਜ ਇੰਨਾ ਰੇਤੇ ਦਾ ਪਤਾ ਲੱਗਿਆ ਕਿ ਅਸਲੀ ਪੈਸਾ ਤਾਂ ਰੇਤੇ ਵਿੱਚ ਹੀ ਹੈ। ਇਹ ਲੋਕ ਰੇਤਾ ਖਾਣ ਤੋਂ ਬਗੈਰ ਕੁਝ ਨਹੀਂ ਕਰ ਸਕਦੇ, ਦਰਿਆਵਾਂ ਦਾ ਕੰਟਰੋਲ ਆਪਣੇ ਹੱਥ 'ਚ ਨਹੀਂ ਲੈ ਸਕਦੇ, ਚੰਡੀਗੜ੍ਹ ਨੂੰ ਆਪਣੇ ਹੱਥ 'ਚ ਨਹੀਂ ਲੈ ਸਕਦੇ। ਇਹ ਦੂਜੇ ਵੱਡੇ ਦੂਜੇ ਤਾਂ ਇਸ਼ੂ ਇਹ ਖਾਲਸਾ ਰਾਜ ਦੀ ਗੱਲ ਤਾਂ ਕੀ ਕਰਨਗੇ? ਆ ਨਿੱਕੇ ਨਿੱਕੇ ਇਸ਼ੂ ਨੇ। ਇਹ ਚੰਡੀਗੜ੍ਹ ਦਰਿਆਵਾਂ ਦਾ ਕੰਟਰੋਲ ਲੈਣਾ, ਇਹ ਆਮ ਗੱਲਾਂ ਨੇ, ਇਹ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ। ਖਾਲਸਾ ਰਾਜ ਦੀ ਕੈਮੀ ਤਾਂ ਬਹੁਤ ਦੂਰ ਦੀ ਗੱਲ ਹੈ। ਇਹੋ ਜਿਹੇ ਭੇਡੂ ਲੋਕ, ਇਹੋ ਜਿਹੇ ਗਿੱਦੀ ਲੋਕ ਖਾਲਸਾ ਰਾਜ ਦੀ ਕੈਮੀ ਨਹੀਂ ਕਰ ਸਕਦੇ। ਜੇ ਸਿਆਣੇ ਹੁੰਦੇ ਤਾਂ 1947 ਦੇ ਵਿੱਚ ਹੀ ਖਾਲਸਾ ਰਾਜ ਦੀ ਕੈਮੀ ਕਰ ਲੈਣੀ ਚਾਹੀਦੀ ਸੀ। ਸੋ ਭਾਈ ਸੁਖਵਿੰਦਰ ਸਿੰਘ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਆਇਆ, ਭਾਵੇਂ ਸੁਰਜੀਤ ਸਿੰਘ ਬਰਨਾਲਾ ਆਇਆ, ਇਹ ਲੋਕ ਇੱਕ ਇਹ ਸ਼ਰਮ ਹੈ, ਗਵਾ ਚੁੱਕੇ ਲੋਕ ਨੇ। ਨਾ ਬਰਨਾਲੇ ਨੂੰ ਸ਼ਰਮ ਸੀ, ਨਾ ਬਾਦਲ ਪਰਿਵਾਰ ਨੂੰ ਸ਼ਰਮ ਹੈ। ਉੱਥੇ ਦੀ ਮੰਗਾਂ ਉੱਥੇ ਖੜੀਆਂ ਨੇ, ਅਸੀਂ ਉੱਥੇ ਹੀ ਖੜੇ ਆ। ਕਿੰਨੀਆਂ ਵਾਰ ਵੋਟਾਂ ਪੈ ਗਈਆਂ, ਵੋਟਾਂ 'ਚ ਜਿੱਤਿਆ ਵੀ ਦਿੱਤਾ। ਤੁਸੀਂ ਕਹੋਗੇ ਕਿ ਵੋਟਾਂ 'ਚ ਜਿੱਤਿਆਉਂਦੇ ਕਿਉਂ? ਮੈਂ ਕੀ ਕਹਿ ਸਕਦਾ ਭਾਈ, ਵੋਟਾਂ 'ਚ ਕਿਉਂ ਜਿੱਤਿਆਉਂਦੇ ਹੋ? ਤੁਹਾਡੇ ਸਾਹਮਣੇ ਇਹ ਜਿੱਤਦੇ ਵੀ ਰਹੇ ਨੇ, ਹਾਰਦੇ ਵੀ ਰਹੇ ਨੇ। ਮਸਲਾ ਉੱਥੇ ਦਾ ਖੜਾ ਹੈ, ਮਸਲਾ ਉੱਥੇ ਦਾ ਉੱਥੇ। ਪ੍ਰੋਫੈਸਰ ਦਾ ਖੜਾ ਹੈ। ਇੱਕ ਹੋਰ ਗੱਲ ਹੈ, ਜੇ ਇਹ ਪੰਥਕ ਸਿਆਸਤ ਤੇ ਦੂਜੇ ਪਾਸੇ ਪੰਥਕ ਧਿਰਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉੱਪਰ ਸਰਵਉੱਚ ਅਕਾਲ ਤਖਤ ਸਾਹਿਬ, ਜਥੇਦਾਰਾਂ ਨੂੰ ਇਹੋ ਜਿਹਾ ਕਿਹੜਾ ਡਰ ਰਿਹਾ ਕਿ ਉਹ ਇਹਨਾਂ ਦੇ ਕਿੱਲੇ ਨਾਲ ਬੰਨੇ ਰਹੇ? ਇਹੋ ਜੀ ਕਿਹੜੀ ਗੱਲ ਹੈ? ਅੱਜ ਵੀ ਸ਼੍ਰੋਮਣੀ ਕਮੇਟੀ ਜਿਹੜਾ ਸਾਫ਼ ਹੀ ਦਿਖਦਾ ਕਿ ਪਰਚੀਆਂ ਦੇ ਵਿੱਚੋਂ ਸਾਰਾ ਕੁਝ ਚੱਲਦਾ, ਪ੍ਰਧਾਨਗੀ ਆ ਜਾਣਾ ਤੇ ਉਹਦੀ ਸੁਤੰਤਰਤਾ, ਉਹਦੀ ਵੀ ਆਵਾਜ਼ ਉੱਠਦੀ ਹੈ ਕਿ ਅਕਾਲੀ ਦਲ ਵੀ ਛਡਾ ਲਓ ਤੇ ਇਹਨੂੰ ਵੀ ਛਡਾ ਲਓ। ਤੇ ਜੇ ਇਹਨਾਂ ਨੂੰ ਕਹਿ ਦੋ ਕਿ ਜੀ ਇਹਦੇ ਤੋਂ ਕਬਜ਼ਾ ਮੁਕਤ ਕਰੋ ਇਹਨੂੰ, ਤਾਂ ਉਹ ਕਹਿਣਗੇ ਕਿ ਨਹੀਂ ਜੀ, ਜਿਹੜੀਆਂ ਬਾਕੀ ਧਿਰਾਂ ਨੇ, ਜਾਂ ਕਾਂਗਰਸ ਹੋਗੀ ਜਾਂ ਹੋਰ ਧਿਰਾਂ ਨੇ, ਬੀਜੇਪੀ ਹੋਗੀ, ਉਹ ਕਹਿੰਦੇ ਚਾਲਾਂ ਚੱਲਣਗੇ, ਆਰਐਸਐਸ ਵਿੱਚ ਆ ਜੂਗੀ। ਇਸ ਕਰਕੇ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਪੰਥ ਦੇ ਕੋਲ ਹੀ, ਇਹ ਆਪਣੇ ਆਪ ਨੂੰ ਪੰਥ ਦੱਸ ਕੇ ਆਪਣੇ ਕੋਲ ਰੱਖਦੇ ਨੇ, ਆਪਣੀ ਜੇਬ 'ਚ ਰੱਖਦੇ ਨੇ। ਸੁਖਵਿੰਦਰ ਸਿੰਘ, ਜਦੋਂ ਤੱਕ ਅਸੀਂ ਦਿੱਲੀ ਵੱਲ ਦੇਖਦੇ ਰਹਾਂਗੇ, ਜਦੋਂ ਤੱਕ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਵੱਲ ਦੇਖਦੇ ਰਹਾਂਗੇ ਕਿ ਉਹ ਕਿਹਨੂੰ ਮੁੱਖ ਮੰਤਰੀ ਬਣਾਉਂਦੀ ਹੈ, ਕਿਹਨੂੰ ਮੰਤਰੀ ਬਣਾਉਂਦੀ ਹੈ, ਜਦੋਂ ਤੱਕ ਅਸੀਂ ਬੀਜੇਪੀ ਵੱਲ ਦੇਖਦੇ ਰਹਾਂਗੇ ਉਹ ਕਿਹਨੂੰ ਮੁੱਖ ਮੰਤਰੀ ਬਣਾਉਂਦੀ ਹੈ ਜਾਂ ਕਿਹਨੂੰ ਥਾਪੀ ਦਿੰਦੀ ਹੈ, ਉਦੋਂ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੋਏਗਾ। ਸਾਨੂੰ ਜਦੋਂ 18ਵੀਂ ਸਦੀ ਦੇ ਵਿੱਚ 1765 ਵਿੱਚ ਜਾਂ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਦੀ ਕਾਇਮੀ ਕੀਤੀ ਸੀ, ਉਹਨਾਂ ਨੇ ਦਿੱਲੀ ਵੱਲ ਨਹੀਂ ਸੀ ਵੇਖਿਆ, ਦਿੱਲੀ ਨਾਲ ਟੱਕਰ ਲਈ ਸੀ। ਉਹਨਾਂ ਨੇ ਕਿਸੇ ਦੂਜੀਆਂ ਪਾਰਟੀਆਂ ਵੱਲ ਨਹੀਂ ਦੇਖਿਆ, ਉਹਨਾਂ ਨਾਲ ਟੱਕਰ ਲਈ ਸੀ। ਉਹਨਾਂ ਦੀ ਨਿਗਾਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਸੀ, ਉਹਨਾਂ ਦੀ ਨਿਗਾਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੀ, ਉਹਨਾਂ ਦੀ ਨਿਗਾਹ ਝੂਲ ਦੇ ਨਿਸ਼ਾਨ ਸਾਹਿਬਾਂ ਦੇ ਵਿੱਚ ਸੀ। ਉਹਨਾਂ ਨੂੰ ਚਿੰਤਾ ਇਹ ਸੀ ਕਿ ਸਾਡੇ ਝੂਲਦੇ ਹੋਏ ਨਿਸ਼ਾਨ ਸਾਹਿਬ ਨਾ ਨੀਵੇਂ ਹੋ ਜਾਣ ਕਿਤੇ। ਉਹਨਾਂ ਨੂੰ ਇਹ ਚਿੰਤਾ ਸੀ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਮੂੰਹ ਘੁਮਾਇਆ ਸਾਨੂੰ ਕੁਝ ਮਿਲਣਾ ਨਹੀਂ। ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸੀ ਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੂਰ ਗਏ ਸਾਨੂੰ ਕੁਝ ਨਹੀਂ ਪ੍ਰਾਪਤ ਹੋਣਾ। ਤੁਹਾਡੇ ਸਾਹਮਣੇ ਹੈ 18ਵੀਂ ਸਦੀ ਦਾ ਇਤਿਹਾਸ, ਪੜ੍ਹਿਓ ਤੁਸੀਂ ਦੁਬਾਰਾ, ਜੇ ਹੁਣ ਤੱਕ ਨਹੀਂ ਪੜ੍ਹਿਆ ਇੱਕ ਵਾਰ 18ਵੀਂ ਸਦੀ ਦਾ ਇਤਿਹਾਸ ਪੜ੍ਹ ਲਿਓ। ਮੇਰਾ ਵੀ ਲਿਖਿਆ ਹੋਇਆ, ਹੋਰਾਂ ਦਾ ਵੀ ਲਿਖਿਆ ਹੋਇਆ, ਇੱਕ ਵਾਰ ਪੜ੍ਹ ਲਿਓ ਕਿ ਖਾਲਸੇ ਨੇ ਹਰ 6 ਮਹੀਨਿਆਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਕੇ ਸਰਬੱਤ ਖਾਲਸਾ ਸਮਾਗਮ ਕਰਦੇ ਸੀ ਤੇ ਜਿਹੜਾ ਪਿਛਲਾ 6 ਮਹੀਨਿਆਂ ਦਾ ਕਾਰੋਬਾਰ ਹੁੰਦਾ ਸੀ ਉਹਦੇ ਬਾਰੇ ਨਜਿੱਠਦੇ ਸੀ, ਮਸਲੇ ਹੱਲ ਕਰਦੇ ਸੀ, ਗੁਰਮਤੇ ਪਾਸ ਕਰਦੇ ਸੀ। ਫਿਰ ਅਗਲੇ 6 ਮਹੀਨਿਆਂ ਦੇ ਵਿੱਚ ਅਗਲੇ ਸਰਬੱਤ ਖਾਲਸਾ ਲਈ ਫਿਰ ਉਹ ਤਿਆਰ ਹੁੰਦੇ ਸੀ। ਉੱਥੇ ਸਰਬੱਤ ਖਾਲਸਾ ਸਮਾਗਮ ਕਰਕੇ 6-6 ਮਹੀਨਿਆਂ ਦੀ ਨੀਤੀ ਘੜੀ ਜਾਂਦੀ ਸੀ, 6-6 ਮਹੀਨਿਆਂ ਦੀ। ਔਰ ਫਿਰ ਉਹਦਾ ਮੁਲਾਂਕਣ ਕਰਦੇ ਸੀ ਅਗਲੇ ਸਰਬੱਤ ਖਾਲਸੇ ਦੇ ਕਿ ਆਪਾਂ ਨੇ ਆਪਣੇ ਪਹਿਲੇ ਮਤਿਆਂ ਨੂੰ ਕਿੰਨਾ ਕੁ ਆਪਾਂ ਨੇ ਵਰਤੋਂ 'ਚ ਲਿਆਂਦਾ, ਕਿੰਨਾ ਕੁ ਨੂੰ ਅਮਲੀ ਰੂਪ ਦਿੱਤਾ ਹੈ। ਰਿਜ਼ਲਟ ਕੀ ਸੀ ਸੁਖਵਿੰਦਰ ਸਿੰਘ? ਰਿਜ਼ਲਟ 1765 ਦੇ ਵਿੱਚ ਲਾਹੌਰ ਦੇ ਉੱਪਰ ਪੰਥਕ ਨਿਸ਼ਾਨ ਸਾਹਿਬ ਝੁਲਾਤੇ ਸੀ, ਜਿਹੜੇ ਹੌਲੀ ਹੌਲੀ ਆਪਦੇ ਖਾਲਸਾ ਰਾਜ ਦੀ ਤਾਕਤ ਨਾਲ ਕਾਬਲ ਅਤੇ ਕੰਧਾਰ ਤੱਕ ਵੀ ਪਹੁੰਚ ਗਏ ਸੀ। ਮਹਾਰਾਜਾ ਰਣਜੀਤ ਸਿੰਘ ਪੰਥ ਨੂੰ ਕਾਬਲ ਕੰਧਾਰ ਤੱਕ ਲੈ ਗਿਆ ਸੀ। ਕਮਰ ਨੌ ਨਿਹਾਲ ਸਿੰਘ ਨੇ ਏਸ਼ੀਆ ਨੂੰ ਜਿੱਤਣ ਦੇ ਮਨਸੂਬੇ ਬਣਾਏ ਹੋਏ ਸੀ। ਕਮਰ ਨੌ ਨਿਹਾਲ ਸਿੰਘ ਨੇ। ਸਾਡਾ ਇਤਿਹਾਸ ਲਿਖਿਆ ਨਹੀਂ ਗਿਆ, ਸਾਡਾ ਇਤਿਹਾਸ ਤਾਂ ਤੋੜਿਆ ਤੇ ਮਰੋੜਿਆ ਗਿਆ ਹੈ। ਇਹ ਸ਼੍ਰੋਮਣੀ ਕਮੇਟੀ ਨੂੰ ਸ਼ਰਮ ਨਹੀਂ ਆਉਂਦੀ ਕਿ ਕਿੰਨੇ ਸਾਲ ਇਹਨੂੰ ਬਣੀ ਨੂੰ ਹੋ ਗਏ, ਕਦੇ ਤੁਸੀਂ ਆਪਣਾ ਇਤਿਹਾਸ ਲਿਖਵਾਇਆ? ਤੁਹਾਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਹੈ? ਕਿਸੇ ਵੀ ਪੁੱਛ ਲਓ, ਬੀਬੀ ਜਗੀਰ ਕੌਰ ਕੋਲੋਂ ਪੁੱਛ ਲਓ, ਮੂਰਖ ਵਾਲੀਆਂ ਗੱਲਾਂ ਕਰਨ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਕਰ ਸਕਦੀ।
ਕਿਸੇ ਨੂੰ ਵੀ ਪੁੱਛ ਲਓ ਜਿਹੜੇ ਪ੍ਰਧਾਨ ਰਹੇ ਨੇ, ਜਿਹੜੇ ਹੋਰ ਅਹੁਦੇਦਾਰ ਨੇ, ਉਹਨਾਂ ਨੂੰ ਕਹੋ ਕਿ ਤੁਸੀਂ ਕਦੇ ਆਪਦਾ ਇਤਿਹਾਸ ਪੜ੍ਹਿਆ ਹੈ? ਇਹਨਾਂ ਲੋਕਾਂ ਨੂੰ ਆਪਣੇ ਇਤਿਹਾਸ ਦਾ ਹੀ ਨਹੀਂ ਪਤਾ ਹੈਗਾ। ਸੋ ਪਹਿਲੀ ਗੱਲ, ਸੁਖਵਿੰਦਰ ਸਿੰਘ, ਗੁਰਬਾਣੀ ਬਾਰੇ ਤਾਂ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰਬਾਣੀ ਜਾਣੇ ਬਗੈਰ ਸਿੱਖ ਚੱਲ ਹੀ ਨਹੀਂ ਸਕਦਾ ਅੱਗੇ। ਫਿਰ ਆਪਣੇ ਇਤਿਹਾਸ ਨੂੰ ਜਾਣਨਾ ਜ਼ਰੂਰੀ ਹੈ। ਪਤਾ ਲੱਗੂਗਾ ਸਾਡੀ ਪੰਥਕ ਲੀਡਰਸ਼ਿਪ ਕਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈਂਦੀ ਰਹੀ ਸੀ, ਕਿਵੇਂ ਪੰਥਕ ਨਿਸ਼ਾਨਾਂ ਨੂੰ ਝੁਲਾਉਣ ਲਈ ਆਪਣੀਆਂ ਕੁਰਬਾਨੀਆਂ ਦਿੰਦੀ ਸੀ, ਕਿਵੇਂ ਐਡੀ ਦੂਰ ਉਹ ਮੁਹਿੰਮਾਂ ਫਤਿਹ ਕਰਦੀ ਹੋਈ ਕਾਬਲ ਕੰਧਾਰ ਤੱਕ ਚਲੀ ਜਾਂਦੀ ਸੀ। ਕਿੱਡਾ ਵੱਡਾ ਖਾਲਸਾ ਰਾਜ ਸੀ, ਕਿੱਡਾ ਵੱਡਾ, ਜੋ ਸਿੰਧ ਤੋਂ ਵੀ ਪਰੇ ਤੱਕ, ਜਲਾਲਾਬਾਦ ਤੋਂ ਵੀ ਪਰੇ ਤੱਕ, ਅਸੀਂ ਤਾਂ ਕਾਬਲ ਤੇ ਕੰਧਾਰ ਤੱਕ ਪਹੁੰਚ ਗਏ ਸੀ। 1838 ਦੇ ਵਿੱਚ ਜਿਹੜੀ ਤਿੰਨ ਪੱਖੀ ਸੰਧੀ ਹੋਈ ਸੀ, ਮਹਾਰਾਜਾ ਰਣਜੀਤ ਸਿੰਘ ਇੱਕ ਧਿਰ ਸੀ, ਅੰਗਰੇਜ਼ ਦੂਜੀ ਧਿਰ ਸੀ, ਸ਼ਾਹ ਸ਼ੁਜਾ ਜਿਹਨੂੰ ਕਾਬਲ ਦੇ ਤਖਤ ਤੇ ਜਾ ਕੇ ਬਿਠਾਇਆ ਸੀ ਤੀਜੀ ਧਿਰ ਸੀ। ਇਹਨਾਂ ਤਿੰਨਾਂ ਧਿਰਾਂ ਵਿੱਚ ਇੱਕ ਸੰਧੀ ਹੋਈ ਸੀ 1838 ਤੇ 39 ਵਿੱਚ। ਉਹਨੂੰ ਇਤਿਹਾਸ ਦੇ ਵਿੱਚ ਤ੍ਰੈਪੱਖੀ ਸੰਧੀ ਕਹਿੰਦੇ ਨੇ। ਉਹ ਸੰਧੀ ਦਾ ਮਤਲਬ ਸੀ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਨੇ ਸ਼ਾਹ ਸ਼ੁਜਾ ਨੂੰ, ਜਿਹੜਾ ਭੱਜਿਆ ਹੋਇਆ ਸੀ ਕਾਬਲ ਤੋਂ, ਜਿਹੜਾ ਤਖਤ ਤੋਂ ਲਿਆ ਹੋਇਆ ਸੀ, ਜਾ ਕੇ ਦੁਬਾਰੇ ਕਾਬਲ ਦੇ ਤਖਤ ਤੇ ਬਿਠਾਉਣਾ ਸੀ, ਬਿਠਾ ਦਿੱਤਾ ਸੀ। ਫਿਰ ਉਹਦੀ ਪਹਿਲੀ ਸ਼ਰਤ ਇਹ ਸੀ ਕਿ ਸ਼ਾਹ ਸ਼ੁਜਾ ਹਰ 6 ਮਹੀਨਿਆਂ ਬਾਅਦ ਪੰਜਾਬ ਦੇ ਮਹਾਰਾਜੇ ਰਣਜੀਤ ਸਿੰਘ ਨੂੰ ਨਜ਼ਰਾਨੇ ਭੇਟਾ ਕਰਿਆ ਕਰੇਗਾ। ਨਜ਼ਰਾਨਿਆਂ ਵਿੱਚ ਘੋੜੇ ਵੀ ਹੋਣਗੇ, ਸੋਨੇ ਦੀਆਂ ਮੋਹਰਾਂ ਵੀ ਹੋਣਗੀਆਂ, ਹੋਰ ਕੀਮਤੀ ਵਸਤਾਂ ਹੋਇਆ ਕਰਨਗੀਆਂ। ਇਹ ਉਹਦੀ ਪਹਿਲੀ ਸ਼ਰਤ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਇਹ ਪ੍ਰਾਪਤੀਆਂ ਸਨ। ਉਹ ਕਿੰਗ ਮੇਕਰ ਬਣ ਗਿਆ ਸੀ। ਪੰਜਾਬ ਦਾ ਹੀ ਮਹਾਰਾਜਾ ਨਹੀਂ ਸੀ ਉਹ ਕਾਬਲ ਦਾ ਵੀ ਕਿੰਗ ਮੇਕਰ ਸੀ। ਥੋੜਾ ਜਿਹਾ ਇਤਿਹਾਸ ਪੜ੍ਹ ਕੇ ਤਾਂ ਦੇਖੋ, ਇਤਿਹਾਸ ਲਿਖਵਾ ਕੇ ਤਾਂ ਦੇਖੋ। ਇਹਨਾਂ ਲੋਕਾਂ ਨੇ ਤਾਂ ਆਪਣਾ ਇਤਿਹਾਸ ਵੀ ਨਹੀਂ ਲਿਖਵਾਇਆ। ਇਹਨਾਂ ਨੂੰ ਪੁੱਛੋ ਕਿ 1837 ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਲਿਖਵਾਇਆ ਹੈ। ਅਕਾਲੀ ਦਲ ਦੇ ਵੱਡੇ ਪ੍ਰਧਾਨਾਂ ਨੂੰ ਪੁੱਛ ਲਓ ਕਿ ਤੁਹਾਨੂੰ ਕਿੰਨਾ ਕੁ ਆਉਂਦਾ ਹੈ ਅਕਾਲੀ ਦਲ ਦਾ, ਸਿੱਖਾਂ ਦਾ ਇਤਿਹਾਸ। ਇਹਨਾਂ ਨੂੰ ਇਤਿਹਾਸ ਤੋਂ ਵੀ ਪਤਾ ਨਹੀਂ ਹੈਗਾ। ਇਹਨਾਂ ਨੂੰ ਲੋੜ ਹੀ ਨਹੀਂ ਇਤਿਹਾਸ ਦਾ ਪਤਾ ਕਰਨੀ। ਗੁਰੂ ਦੀ ਗੋਲਕ ਕਿਹਨਾਂ ਕੋਲੇ ਹੈ? ਇਹਨਾਂ ਲਈ ਗੁਰੂ ਦੀ ਗੋਲਕ ਤੋਂ ਸਭ ਕੁਝ ਨਹੀਂ ਹੈ। ਇਹਨਾਂ ਲਈ ਗੁਰੂ ਦੀ ਗੋਲਕ ਸਭ ਤੋਂ ਵੱਡੀ ਗੋਲਕ ਹੈ। ਇਹ ਉਦੋਂ ਤੋਂ ਇਲਾਵਾ ਇਹ ਕਿਸੇ ਵੱਲ ਦੇਖਦੇ ਹੀ ਨਹੀਂ ਹੈਗੇ। ਗੁਰੂ ਗ੍ਰੰਥ, ਸੁਖਵਿੰਦਰ ਸਿੰਘ, ਯਾਰ ਕਿਹੜੀ ਗੱਲ ਕਰੋਗੇ ਤੁਸੀਂ? ਕਿਹੜੀ ਗੱਲ ਕਰੋਗੇ ਤੁਸੀਂ? ਸ਼ਰਮ ਵਾਲੀਆਂ ਇਹ ਜਿਹੀਆਂ ਗੱਲਾਂ ਤੋਂ ਸਿੱਖਾਂ ਨੂੰ ਮਰ ਜਾਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਨੂੰ ਵੇਚ ਕੇ ਖਾ ਗਏ ਇਹ। ਹੋਰ ਤੁਸੀਂ ਏਦੂ ਵੱਧ ਨਿਘਾਰ ਵਾਲੀ ਗੱਲ ਕੀ ਹੋਊਗੀ? ਇਹਦੇ ਵਿੱਚ ਹੀ ਅਕਾਲ ਤਖਤ ਦੇ ਜਥੇਦਾਰ ਨੇ। ਤੁਸੀਂ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਆਏ, ਸਭ ਇਹਨਾਂ ਦੀ ਪਰਚੀ ਵਿੱਚੋਂ ਨਿਕਲਦੇ ਨੇ ਲਿਫਾਫੇ। ਇਹ ਅਕਾਲ ਤਖਤ ਦੇ ਜਥੇਦਾਰ ਉਹ ਵੀ ਇਹਨਾਂ ਵਰਗੇ ਵਿਕਾਊ ਨੇ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਤੁਸੀਂ ਕਿਵੇਂ ਮਾਫ ਕਰ ਦਿੱਤਾ ਇਹਨਾਂ ਨੂੰ? ਕਮਾਲ ਦੀ ਗੱਲ ਹੈ। ਇੱਕ ਸਿੱਖ ਅੱਜ ਇੱਕ ਟੋਲਾ ਪੰਜਾਬ ਦੇ ਵਿੱਚ ਫਿਰਦਾ, ਉਹ ਹਰੇਕ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੁੱਕੀ ਜਾਂਦਾ। ਕਹਿੰਦੇ ਤੁਸੀਂ ਅਦਬ ਸਤਿਕਾਰ ਨਹੀਂ ਕਰਦੇ। ਉਹ ਭਲੇ ਮਾਨਸੋ, ਤੁਸੀਂ ਗਰੀਬ ਘਰਾਂ ਦੇ ਗਰੀਬ ਸਿੱਖਾਂ ਦੇ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੁੱਕਦੇ ਹੋ। ਆਹ ਤੁਹਾਡੇ ਪਤੰਦਰ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵੇਚ ਕੇ ਖਾ ਗਏ। ਇਹਨਾਂ ਨੂੰ ਤੁਸੀਂ ਕੀ ਕਿਹਾ? ਤੁਸੀਂ ਇਹਨਾਂ ਨਾਲ ਮੱਥਾ ਲਾਓ ਨਾ। ਕੋਈ ਅਕਾਲ ਤਖਤ ਦਾ ਜਥੇਦਾਰ ਇਹਨਾਂ ਨੂੰ ਬੀੜਾਂ ਦੇ ਮਾਮਲੇ 'ਚ ਫਸਾ ਨਹੀਂ ਸਕਿਆ, ਸੋ ਉਹਨੇ ਬਰੀ ਕਰਤੀ। ਹਰ ਅਕਾਲ ਤਖਤ, ਜਿੰਨੇ ਵੀ ਜਥੇਦਾਰ ਅਕਾਲ ਤਖਤ ਦੇ ਬਣੇ ਨੇ, ਸਭ ਬਕਿਆਊ ਟੋਲਾ ਹੈ। ਉਹ ਸਭ ਆਪਣੀਆਂ ਨੌਕਰੀਆਂ ਕਰ ਰਹੇ ਨੇ। ਅਕਾਲ ਤਖਤ ਦੇ ਜਥੇਦਾਰ ਦੀ ਸੁਖਵਿੰਦਰ ਸਿੰਘ ਨੌਕਰੀ ਨਹੀਂ ਹੁੰਦੀ। ਉਹ ਤਾਂ ਡਿਊਟੀ ਹੁੰਦੀ ਆ, ਮਰੋ ਜਾਂ ਕਰੋ। ਇਹ ਲੋਕ ਨੌਕਰੀਆਂ ਕਰ ਰਹੇ ਨੇ। ਰੁਜ਼ਗਾਰ ਚਲਾ ਰਹੇ ਨੇ ਆਪਣਾ। ਜਦੋਂ ਅਜੇ ਤੱਕ ਤੁਸੀਂ ਕੋਈ ਐਸਾ ਜਥੇਦਾਰ ਅਕਾਲ ਤਖਤ ਦਾ ਦੇਖਿਆ ਜਿਹੜਾ ਅੱਕ ਕੇ ਛੱਡ ਕੇ ਗਿਆ ਹੋਵੇ? ਬਿਲਕੁਲ। ਅਜੇ ਤੱਕ ਕੋਈ ਐਸਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੇਖਿਆ ਜਿਹੜਾ ਇਹਨਾਂ ਦੀ ਇੰਟਰਫੀਅਰੈਂਸ ਤੋਂ, ਦਖਲ ਅੰਦਾਜ਼ੀ ਤੋਂ ਅੱਕ ਕੇ ਛੱਡ ਕੇ ਗਿਆ ਹੋਵੇ? ਦੇਖਿਆ ਕੋਈ ਕਦੇ? ਜਦੋਂ ਕਿ ਤੁਹਾਨੂੰ ਵੀ, ਸਾਨੂੰ ਵੀ, ਸਭ ਨੂੰ ਪਤਾ ਹੈ ਕਿ ਚਲਦੀ ਇਹਨਾਂ ਦੀ ਹੈ। ਇਹ ਜਥੇਦਾਰ ਨੂੰ ਚੱਲਣ ਨਹੀਂ ਦਿੰਦੇ। ਇਹਦਾ ਮਤਲਬ ਜਿਹੜਾ ਜਥੇਦਾਰ ਆਰਾਮ ਨਾਲ ਆਪਦੀ ਟਰਮ ਪੂਰੀ ਕਰਦਾ ਹੈ, ਫਿਰ ਰਿਹਾ ਹੈ ਗੱਡੀਆਂ ਦੇ ਵਿੱਚ, ਸਮਝੋ ਕਿ ਇਹਨਾਂ ਦਾ ਜੀ ਹਜ਼ੂਰੀਆ ਹੈ। ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਉਦੋਂ ਤੱਕ ਕਾਇਮ ਨਹੀਂ ਹੁੰਦੀ ਜਦ ਤੱਕ ਇਹਦਾ ਜਥੇਦਾਰ ਮਾਰਨ ਵਾਲਾ ਨਹੀਂ ਆਉਂਦਾ। ਜਦੋਂ ਪਹਿਲਾਂ ਅਨੇਕਾਂ ਜਥੇਦਾਰ ਅੱਕ ਕੇ ਅਸਤੀਫਾ ਦੇ ਕੇ ਜਾਣਗੇ। ਨਿਸ਼ਾਨੀਆਂ ਉਦੋਂ ਸ਼ੁਰੂ ਹੋਣਗੀਆਂ ਅਕਾਲ ਤਖਤ ਦੀ ਸੁਤੰਤਰਤਾ ਦੀਆਂ, ਜਦੋਂ ਇਹਦੇ ਜਥੇਦਾਰ ਅੱਕ ਕੇ ਅਸਤੀਫਾ ਦੇ ਕੇ ਜਾਣ ਲੱਗ ਪਏ। ਜਦੋਂ ਜਥੇਦਾਰ ਅੱਕ ਕੇ ਇਨਕਾਰ ਕਰਨ ਲੱਗ ਪਏ ਕਿ ਅਸੀਂ ਨਹੀਂ ਇਹੀ ਜਿਹੀ ਵਿਵਸਥਾ ਵਿੱਚ ਚੱਲ ਸਕਦੇ,
ਅਕਾਲ ਤਖਤ ਇਹਨਾਂ ਦੇ ਅਧੀਨ ਹੈ, ਉਦੋਂ ਤੱਕ ਅਕਾਲ ਤਖਤ ਦੀ ਸੁਤੰਤਰਤਾ ਸਥਾਪਿਤ ਹੋਣੀ ਸ਼ੁਰੂ ਨਹੀਂ ਹੁੰਦੀ। ਸੁਤੰਤਰਤਾ ਤਾਂ ਕਿੱਥੇ ਆ? ਸੁਤੰਤਰਤਾ ਦਾ ਨੇੜੇ ਤੇੜੇ ਵੀ ਨਹੀਂ ਹੈਗੀ। ਸੁਤੰਤਰਤਾ ਸਥਾਪਿਤ ਕਰਨ ਲਈ ਕਈ ਜਥੇਦਾਰਾਂ ਨੂੰ ਸ਼ਹੀਦ ਵੀ ਹੋਣਾ ਪਵੇਗਾ, ਸਿੱਖਾਂ ਨੂੰ ਵੀ ਸ਼ਹੀਦ ਹੋਣਾ ਪਏਗਾ। ਦੇਸ਼ ਦੀ ਸੁਤੰਤਰਤਾ ਨਾਲੋਂ, ਸਿੱਖ ਜਗਤ ਦੀ ਸੁਤੰਤਰਤਾ ਨਾਲੋਂ ਸਾਨੂੰ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਲਈ ਜੂਝਣਾ ਪਏਗਾ। ਸਾਡੀ ਜੜੀ ਨਹੀਂ ਸੁਤੰਤਰ ਹੈਗੀ, ਉਹ ਤੁਸੀਂ ਆਪ ਕਿਵੇਂ ਸੁਤੰਤਰ ਹੋ ਜਾਓਗੇ? ਤੁਸੀਂ ਮੈਨੂੰ ਇਹ ਤਾਂ ਦੱਸੋ। ਤੁਸੀਂ ਬਿਲਕੁਲ ਪ੍ਰੋਫੈਸਰ ਸਾਹਿਬ, ਸੰਸਥਾਵਾਂ ਨੇ ਜਿੱਥੋਂ ਸਾਨੂੰ ਸੁਤੰਤਰਤਾ ਦੀ ਜਾਗ ਲੱਗਣੀ ਹੈ, ਉਹੀ ਸੰਸਥਾਵਾਂ ਗੁਲਾਮੀ ਦਾ ਜੀਵਨ ਭੁਗਤ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਆਜ਼ਾਦੀ ਲੈਣੀ ਹੈ, ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਸੇਧ ਲੈ ਕੇ ਚੱਲਣਾ ਹੈ। ਜਿਹੜੇ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈਣ ਵਾਲੇ ਨੇ, ਜਿਹੜੇ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਦੀ ਵਿਆਖਿਆ ਕਰਨ, ਉਹੀ ਇਹਨਾਂ ਦੇ ਅਧੀਨ ਨੇ। ਉਹ ਤੁਹਾਨੂੰ ਸੁਤੰਤਰਤਾ ਦੀ ਸਿੱਖਿਆ ਕਿਹੜੀ ਦੇਣਗੇ? ਗੁਰੂ ਸਾਹਿਬਾਨ ਨੇ ਸਿੱਖ ਨੂੰ ਆਜ਼ਾਦੀ ਦਾ ਸਬਕ ਪੜ੍ਹਾਉਣ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਸਿੱਖਿਆ ਇਹ ਦਿੱਤੀ ਸੀ, ਮੇਰਾ ਹਰ ਖਾਲਸਾ ਸੁਤੰਤਰ ਹੈ। ਮੇਰਾ ਖਾਲਸਾ, ਗੁਰੂ ਗੋਬਿੰਦ ਸਿੰਘ ਨੇ ਜੋ ਖਾਲਸਾ ਸਾਜਿਆ ਸੀ, ਉਹਨੂੰ ਹਦਾਇਤ ਸੀ, ਤੁਸੀਂ ਸਿਵਾਏ ਆਪਣੇ ਗੁਰੂ ਤੋਂ ਹੋਰ ਕਿਸੇ ਦੁਨਿਆਵੀ ਹਾਕਮ ਦੇ ਅੱਗੇ ਸੀਸ ਨਹੀਂ ਨਿਵਾਉਣਾ। ਪਤਾ ਹੈ ਨਾ ਇਹ ਗੱਲ ਦਾ? ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਹਦਾਇਤ ਇਹ ਕੀਤੀ ਸੀ ਕਿ ਤੁਸੀਂ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਵੀ ਦੁਨਿਆਵੀ ਵਿਅਕਤੀ ਅੱਗੇ ਸੀਸ ਨਹੀਂ ਝੁਕਾਉਣਾ। ਔਰੰਗਜ਼ੇਬ ਦਾ ਰਾਜ ਸੀ, ਜੇ ਗੁਰੂ ਔਰੰਗਜ਼ੇਬ ਦੇ ਰਾਜ ਵੇਲੇ ਵੀ ਆਪਣੇ ਖਾਲਸੇ ਨੂੰ ਕਹਿ ਰਿਹਾ ਸੀ ਤੁਸੀਂ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਅੱਗੇ ਸੀਸ ਨਹੀਂ ਝੁਕਾਉਣਾ, ਇਸ ਤੋਂ ਵੱਡੀ ਆਜ਼ਾਦੀ ਦੀ ਸਿੱਖਿਆ ਹੋਰ ਕੀ ਹੋਊਗੀ? ਇਹ ਤਾਂ ਲੋਕ ਗੇੜੇ ਮਾਰ ਰਹੇ ਨੇ ਦਿੱਲੀ ਦੇ। ਇਹ ਲੋਕ ਜੀ ਇਹਦੇ ਵਿੱਚ ਇੱਕ ਹੋਰ ਸਵਾਲ ਬਹੁਤ ਨੇ ਅਕਾਲੀ ਦਲ ਨੂੰ ਲੈ ਕੇ ਨਾ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕਿਹੜਾ ਸਵਾਲ ਪਹਿਲਾਂ ਕਰਾਂ, ਪਰ ਬਹੁਤ ਗੰਭੀਰ ਵਿਸ਼ਾ ਬਣਦਾ ਜਾ ਰਿਹਾ। ਸੀਮਤ ਸਮੇਂ 'ਚ ਰਹਿ ਕੇ ਆਪਾਂ ਹੁਣ ਗੱਲ ਕਰਾਂਗੇ ਕਿ ਅਕਾਲੀ ਦਲ ਨੂੰ ਜਦੋਂ ਕਹਿੰਦੇ ਕਿ ਸਭ ਤੋਂ ਵੱਡੀ ਢਾਹ ਤਾਂ ਉਦੋਂ ਇਹਨਾਂ ਨੇ ਲਾਈ ਜਦੋਂ ਬੀਜੇਪੀ ਦੇ ਨਾਲ ਇਹਨਾਂ ਨੇ 9 ਮਾਸ ਦਾ ਰਿਸ਼ਤਾ ਜੋੜਿਆ, ਤੇ ਉਸ ਤੋਂ ਬਾਅਦ ਕਹਿੰਦੇ ਫਿਰ ਆਰਐਸਐਸ ਦੀ ਦਖਲਅੰਦਾਜ਼ੀ। ਇਹ ਕਿਸ ਹੱਦ ਤੱਕ ਸਹੀ ਹੈ ਕਿ ਇਤਿਹਾਸ ਨੂੰ ਵਿਗਾੜਿਆ ਗਿਆ? ਬਿਲਕੁਲ ਤੁਹਾਡੀ ਗੱਲ ਸੁਖਵਿੰਦਰ ਸਿੰਘ ਬਿਲਕੁਲ ਠੀਕ ਹੈ। ਇਹਨਾਂ ਨੇ ਬੀਜੇਪੀ ਨਾਲ ਜਦੋਂ ਦਾ ਸਾਂਝ ਪਾਈ ਹੈ, ਸਾਂਝ ਜਿਹਦੇ ਨਾਲ ਮਰਜ਼ੀ ਪਾ ਲਓ ਸੁਖਵਿੰਦਰ ਸਿੰਘ, ਮੇਰਾ ਮੰਨਣਾ ਇਹ ਹੈ ਜੀ, ਸਾਂਝ ਪਾਉਣੀ ਮਾੜੀ ਨਹੀਂ। ਪੋਲਿਟਿਕਸ ਦੇ ਵਿੱਚ ਸਾਂਝ ਪਾਉਣੀ ਮਾੜੀ ਨਹੀਂ, ਲੇਕਿਨ ਆਪਣੀ ਹੋਂਦ ਨੂੰ ਕਾਇਮ ਰੱਖ ਕੇ, ਆਪਣੇ ਆਸ਼ਿਆਂ ਨੂੰ ਕਾਇਮ ਰੱਖ ਕੇ, ਆਪਣੀ ਦਿਮਾਗੀ ਸੋਚ ਨੂੰ ਕਾਇਮ ਰੱਖ ਕੇ, ਜਿਹਦੇ ਨਾਲ ਮਰਜ਼ੀ ਤੁਸੀਂ ਸਾਂਝ ਪਾ ਲਓ, ਤੁਹਾਨੂੰ ਕੋਈ ਘਾਟਾ ਨਹੀਂ ਰਹੇਗਾ। ਲੇਕਿਨ ਜਦੋਂ ਤੁਸੀਂ ਆਪਣੀ ਅਕਲ ਨੂੰ ਗਿਰਵੀ ਰੱਖ ਕੇ, ਆਪਣੀ ਅਕਲ ਨੂੰ ਪਹਿਲਾਂ ਨੀਵੀਂ ਕਰਕੇ ਫਿਰ ਦੂਜੀ ਵੱਡੀ ਪਾਰਟੀ ਨਾਲ ਸਾਂਝ ਪਾਉਂਦੇ ਹੋ, ਉਹ ਵੱਡੀਆਂ ਪਾਰਟੀਆਂ ਨੇ। ਕਾਂਗਰਸ ਵੀ ਵੱਡੀ ਪਾਰਟੀ ਹੈ, ਬੀਜੇਪੀ ਵੀ ਵੱਡੀ ਪਾਰਟੀ ਹੈ। ਇਹਨਾਂ ਲੋਕਾਂ ਨੇ ਜਦੋਂ ਐਮਰਜੈਂਸੀ ਤੋਂ ਬਾਅਦ ਕਾਂਗਰਸ ਨੂੰ ਹਰਾ ਕੇ ਨੌਨ ਕਾਂਗਰਸੀ ਮਤਲਬ ਪਾਰਟੀਆਂ ਦੀ ਸਰਕਾਰ ਬਣੀ ਸੀ, ਜਨਤਾ ਪਾਰਟੀ ਦੀ। ਇਹ ਸ਼੍ਰੋਮਣੀ ਅਕਾਲੀ ਦਲ ਦੀ ਇਹ ਬਾਦਲ ਲੀਡਰਸ਼ਿਪ ਪਹਿਲੀ ਲੀਡਰਸ਼ਿਪ ਸੀ ਜਿਹਨੇ ਇਹ ਕਿਹਾ ਸੀ ਸਾਡੀ ਅਨਕੰਡੀਸ਼ਨਲ ਸਪੋਰਟ ਹੈ, ਸਾਡੀ ਅਨਕੰਡੀਸ਼ਨਲ ਸਪੋਰਟ ਹੈ। ਕਮਾਲ ਦੀ ਗੱਲ ਹੈ। ਉਹ ਤੁਹਾਡੇ ਨਾਲ ਸਭ ਤੋਂ ਵੱਡੇ ਮਸਲੇ ਨੇ, ਹੋਰ ਕਿਸੇ ਸਟੇਟ ਦਾ ਐਡਾ ਵੱਡਾ ਮਸਲਾ ਹੀ ਨਹੀਂ ਜਿੱਡੇ ਵੱਡੇ ਮਸਲੇ ਪੰਜਾਬ ਦੇ ਨੇ। ਪੰਜਾਬ ਕੋਲੇ ਰਾਜਧਾਨੀ ਨਹੀਂ ਹੈਗੀ, ਪੰਜਾਬ ਕੋਲੇ ਦਰਿਆਵਾਂ ਦਾ ਕੰਟਰੋਲ ਨਹੀਂ ਹੈਗਾ। ਤੁਸੀਂ ਕਹਿੰਦੇ ਹੋ ਸਾਡੀ ਅਨਕੰਡੀਸ਼ਨਲ ਸਪੋਰਟ ਹੈ। ਹਾਂ, ਅਨਕੰਡੀਸ਼ਨਲ ਸਪੋਰਟ ਦਾ ਮਤਲਬ ਇੱਕ ਤਾਂ ਮਤਲਬ ਹੋਣਾ ਚਾਹੀਦਾ ਸੀ ਪੋਜ਼ਿਟਿਵ, ਜੇ ਤੁਹਾਡੀ ਇੱਜ਼ਤ ਕਰਦੀ ਸੈਂਟਰ ਗਵਰਨਮੈਂਟ ਕਿ ਤੁਸੀਂ ਸਾਨੂੰ ਅਨਕੰਡੀਸ਼ਨਲ ਸਪੋਰਟ ਦਿੱਤੀ ਹੈ, ਅਸੀਂ ਤੁਹਾਨੂੰ ਇਹਦੇ ਇਵਜ ਵਿੱਚ ਚੰਡੀਗੜ੍ਹ ਵੀ ਤੁਹਾਨੂੰ ਦਿੰਦੇ ਹਾਂ, ਪੰਜਾਬ ਦੇ ਦਰਿਆਵਾਂ ਦਾ ਕੰਟਰੋਲ ਵੀ ਤੁਹਾਨੂੰ ਦਿੰਦੇ ਹਾਂ। ਦਿੱਤਾ ਕੁਛ ਨਹੀਂ, ਅਸੀਂ ਲਿਆ ਕੁਛ ਨਹੀਂ, ਲਗਾਤਾਰ ਅਨਕੰਡੀਸ਼ਨਲ ਸਪੋਰਟ, ਵੱਡਾ ਬਾਦਲ ਅਨਕੰਡੀਸ਼ਨਲ ਸਪੋਰਟ। ਭਲੇ ਮਾਨਸੋ, ਕਿਹੜੀਆਂ ਗੱਲਾਂ ਕਰਕੇ ਤੁਸੀਂ ਅਨਕੰਡੀਸ਼ਨਲ ਸਪੋਰਟ ਕਰਦੇ ਹੋ? ਤੁਹਾਨੂੰ ਦਿੱਤਾ ਕੀ ਹੈ ਇੰਡੀਅਨ ਗਵਰਨਮੈਂਟ ਨੇ? ਰਾਜਧਾਨੀ ਤੁਹਾਨੂੰ ਦਿੱਤੀ ਨਹੀਂ, ਰਾਜਧਾਨੀ ਖੋਲੀ। ਆ ਲੰਡੀ ਸਟੇਟ ਹੈ ਸਾਡੇ ਕੋਲ, ਅਸੀਂ ਮੰਗਵੀਂ ਰਾਜਧਾਨੀ 'ਚ ਬੈਠੇ ਹਾਂ। ਸੋ ਇਸ ਕਰਕੇ ਸਮਝੌਤੇ ਕਰਨੇ ਮਾੜੀ ਗੱਲ ਨਹੀਂ ਸੁਖਵਿੰਦਰ। ਸਮਝੌਤੇ ਕਰੋ ਆਪਣੀ ਹੋਂਦ ਨੂੰ ਕਾਇਮ ਰੱਖ ਕੇ। ਹੋਰਨਾਂ ਪਾਰਟੀਆਂ ਨੇ ਵੀ ਸਮਝੌਤੇ ਕੀਤੇ ਨੇ, ਹਰ ਇੱਕ ਨੇ ਆਪਣੀਆਂ ਕੰਡੀਸ਼ਨਾਂ ਛੱਡੀਆਂ ਸੀ। ਸਾਡੇ ਮਸਲੇ ਇਹ ਨੇ, ਸਾਡੇ ਤਾਂ ਮਸਲੇ ਬਹੁਤ ਵੱਡੇ ਸੀ। ਸੋ ਇਹਨਾਂ ਨੇ ਮਸਲੇ ਹੱਲ ਕਿਵੇਂ ਕਰਵਾਉਣੇ ਸੀ, ਮਸਲਿਆਂ ਦੀ ਗੱਲ ਹੀ ਨਹੀਂ ਕੀਤੀ। ਪਹਿਲਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਰਹੀ ਹੈ, ਉਦੋਂ ਪਹਿਲਾਂ ਮੁਰਾਰਜੀ ਦੇਸਾਈ ਦੀ ਸਰਕਾਰ ਰਹੀ ਹੈ।
मतलब चलो मोरारजी देसाई ਨੂੰ ਛੱਡੋ ਤੇ ਇਹਨਾਂ ਦੀ ਉਹਨਾਂ ਨਾਲ ਬਾਹਲੀ ਨੇੜਤਾ ਨਹੀਂ ਸੀ। ਚੌਧਰੀ ਚਰਨ ਸਿੰਘ ਨਾਲ ਤਾਂ ਨੇੜਤਾ ਸੀ ਨਾ। ਇਹ ਵੀ ਕਿਸਾਨ ਸਨ, ਉਹ ਵੀ ਕਿਸਾਨ ਸੀ, ਉਹਦੇ ਕੋਲ ਵੀ ਮਸਲੇ ਹੱਲ ਨਹੀਂ ਕਰਵਾ ਸਕੇ। ਅਟਲ ਬਿਹਾਰੀ ਵਾਜਪਾਈ ਕੋਲ ਮਸਲੇ ਹੱਲ ਨਹੀਂ ਕਰਵਾ ਸਕੇ, ਜਿਹਨੂੰ ਇਹਨਾਂ ਨੇ ਅਨਕੰਡੀਸ਼ਨਲ ਸਪੋਰਟ ਦਿੱਤੀ ਹੈ। ਫਿਰ ਮੋਦੀ ਸਾਹਿਬ ਦੇ ਉੱਤੇ ਬਾਦਲ ਪਰਿਵਾਰ ਦੇ ਬਹੁਤ ਅਹਿਸਾਨ ਨੇ। ਮੈਂ ਤੁਹਾਨੂੰ ਵੀ ਪਤਾ ਹੋਏਗਾ, ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਉੱਤੇ ਕਾਫੀ ਅਹਿਸਾਨ ਨੇ ਬਾਦਲ ਪਰਿਵਾਰ ਦੇ। ਉਹ ਬਾਦਲ ਸਾਹਿਬ ਦੇ ਗੋਡੀ ਹੱਥ ਵੀ ਲਾਉਂਦੇ ਹੁੰਦੇ ਨੇ। ਗੋਡੀ ਹੱਥ ਲਾਉਣਾ ਮਾੜੀ ਗੱਲ ਨਹੀਂ, ਬਹੁਤ ਮਾਣ ਆਦਰ ਦੀ ਗੱਲ ਹੁੰਦੀ ਹੈ। ਜਦੋਂ ਪ੍ਰਧਾਨ ਮੰਤਰੀ ਇੱਕ ਬਜ਼ੁਰਗ ਸਿੱਖ ਦੇ ਗੋਡੀ ਹੱਥ ਲਾਉਂਦਾ ਹੈ ਤਾਂ ਇਹ ਦੋਹਾਂ ਦਾ ਹੀ ਮਾਣ ਵਾਧਾ ਹੁੰਦਾ ਹੈ। ਪ੍ਰਧਾਨ ਮੰਤਰੀ ਦਾ ਵੀ ਮਾਣ ਵਾਧਾ ਹੁੰਦਾ ਹੈ, ਔਰ ਜਿਹੜੇ ਬਜ਼ੁਰਗ ਸਿੱਖ ਦੇ ਉਹ ਗੋਡੀ ਹੱਥ ਲਾਉਂਦਾ ਉਹਦਾ ਵੀ ਮਾਣ ਵਾਧਾ ਹੁੰਦਾ ਹੈ। ਲੇਕਿਨ ਐਡੇ ਵੱਡੇ ਮਾਣ ਦੇ ਵਿੱਚ ਤੁਹਾਡੀਆਂ ਮੰਗਾਂ, ਤੁਹਾਡੇ ਮਸਲੇ, ਤੁਹਾਡੀਆਂ ਪ੍ਰੋਬਲਮਾਂ ਹੱਲ ਕਿਉਂ ਨਹੀਂ ਹੋਈਆਂ? ਪ੍ਰੋਬਲਮ ਇੱਥੇ ਹੈ। ਤੁਸੀਂ ਹੱਲ ਕੀ ਕਰਵਾਇਆ? ਤੁਸੀਂ ਆਸਾਨ ਤਾਂ ਕਰਤੇ ਦੂਜਿਆਂ ਤੇ, ਹੱਲ ਕੀ ਕਰਵਾਇਆ? ਅਖੀਰ ਤੇ ਮੈਂ ਇੱਕ ਗੱਲ, ਮੈਨੂੰ ਪਤਾ ਨਹੀਂ ਤੁਹਾਡਾ ਕਿੰਨਾ ਟਾਈਮ ਰਹਿੰਦਾ ਹੈ, ਮੈਂ ਇੱਕ ਗੱਲ ਕਰਨੀ ਚਾਹੁੰਦਾ। ਸੁਖਵਿੰਦਰ ਸਿੰਘ 1947 ਤੋਂ ਲੈ ਕੇ ਅੱਜ ਤੱਕ ਇੰਡੀਅਨ ਗਵਰਨਮੈਂਟ ਵੀ ਦੇਖਦੀ ਆ ਰਹੀ ਹੈ, ਸਾਡੇ ਜਿਹੜੇ ਰਾਜਨੀਤੀਵਾਨ ਨੇ ਉਹ ਵੀ ਕਹਿੰਦੇ ਆ ਰਹੇ ਨੇ ਪੰਜਾਬ ਦੀ ਇੰਨੀ ਕੰਟਰੀਬਿਊਸ਼ਨ ਹੈ, ਪੰਜਾਬ ਦੀ ਇੰਨੀ ਦੇਣ ਹੈ ਹਿੰਦੁਸਤਾਨ ਲਈ। ਉਹ ਭਲੇ ਮਾਨਸੋ, ਪੰਜਾਬ ਲਈ ਹਿੰਦੁਸਤਾਨ ਦੀ ਕੀ ਕੰਟਰੀਬਿਊਸ਼ਨ ਹੈ? ਮੈਨੂੰ ਇਹ ਦੱਸੋ ਪਹਿਲਾਂ। ਕਿਸੇ ਨੇ ਪੁੱਛਿਆ ਬਈ 1947 ਤੋਂ ਲੈ ਕੇ ਅੱਜ ਤੱਕ ਹਿੰਦੁਸਤਾਨ ਨੇ ਪੰਜਾਬ ਨੂੰ ਕੀ ਦਿੱਤਾ? ਪੰਜਾਬ ਨੇ ਤਾਂ ਦੇਤਾ, ਉਹਨੇ ਆਪਸ਼ਨ ਦੇਤੀ ਕਿ ਅਸੀਂ 1947 ਦੇ ਵਿੱਚ ਹਿੰਦੁਸਤਾਨ ਨਾਲ ਰਲ ਗਏ। ਬਹੁਤ ਵੱਡੀ ਆਪਸ਼ਨ ਸੀ ਇਹ। ਸਾਰਾ ਪੰਜਾਬ, ਜੇ ਇਹ ਆਪਸ਼ਨ ਨਾ ਮਿਲਦੀ ਸੁਖਵਿੰਦਰ ਸਿੰਘ, ਜੇ ਸਿੱਖ ਇੰਡੀਆ ਨਾਲ ਨਾ ਰਲਦੇ, ਸਾਰਾ ਪੰਜਾਬ ਇੰਡੀਆ ਵਿੱਚ ਨਹੀਂ ਸੀ ਆਉਣਾ ਕਿਸੇ ਵੀ ਸੂਰਤ ਵਿੱਚ। ਸਾਰਾ ਪੰਜਾਬ ਪਾਕਿਸਤਾਨ ਵਿੱਚ ਜਾਣਾ ਸੀ। ਜੇ ਇਹਨਾਂ ਨੇ ਆਪਣੀ ਆਪਸ਼ਨ ਮੁਸਲਿਮ ਲੀਗ ਨੂੰ ਦਿੱਤੀ ਹੁੰਦੀ ਨਾ, ਸਭ ਤੋਂ ਪਹਿਲਾ ਫਾਇਦਾ ਇਹ ਹੋਣਾ ਸੀ ਕਿ ਪੰਜਾਬ ਪੂਰੇ ਦਾ ਪੂਰਾ ਯੂਨਾਈਟਿਡ ਰਹਿਣਾ ਸੀ ਗੁੜਗਾਉਂ ਤੱਕ। ਤੁਸੀਂ ਇਮੈਜਿਨ ਕਰੋ ਜੇ ਮੁਸਲਮਾਨ ਤੇ ਸਿੱਖ ਇਕੱਠੇ ਹੋ ਜਾਂਦੇ ਤਾਂ ਪੰਜਾਬ ਦੇ ਵਿੱਚ ਸਿੱਖਾਂ ਤੇ ਮੁਸਲਮਾਨਾਂ ਦੀ ਸਭ ਤੋਂ ਵੱਡੀ ਬਹੁ ਗਿਣਤੀ ਹੋਣੀ ਸੀ ਗੁੜਗਾਉਂ ਤੱਕ। ਹੋ ਸਕਦਾ ਦਿੱਲੀ ਵੀ ਵਿੱਚ ਲੈ ਲੈਂਦੇ, ਦਿੱਲੀ ਵਿੱਚ ਵੀ ਮੁਸਲਮਾਨ ਬਹੁਤ ਸਨ। ਪੰਜਾਬ ਸਾਰਾ ਯੂਨਾਈਟਿਡ ਰਹਿਣਾ ਸੀ। ਤੁਸੀਂ ਅੰਦਾਜ਼ਾ ਲਾ ਕੇ ਦੇਖੋ ਮਾੜਾ ਜਿਹਾ, ਜੇ ਪੰਜਾਬ ਯੂਨਾਈਟਿਡ ਰਹਿੰਦਾ ਕਿੰਨਾ ਫਰਕ ਪੈਣਾ ਸੀ। ਮਤਲਬ ਕੱਲਾ ਯੂਨਾਈਟਿਡ ਰਹਿਣ ਦੀ ਗੱਲ ਨਹੀਂ, ਜੇ ਅਸੀਂ ਪਾਕਿਸਤਾਨ ਨਾਲ ਰਹਿੰਦੇ ਤਾਂ ਸਾਡੀ ਸਿਆਣੀ ਲੀਡਰਸ਼ਿਪ ਉਹਦੇ ਨਾਲ ਐਸਾ ਸਮਝੌਤਾ ਵੀ ਕਰ ਸਕਦੀ ਸੀ ਜਿਹਦੇ ਵਿੱਚ ਅਸੀਂ ਸਾਡੇ ਹਿੱਤ ਸੁਰੱਖਿਅਤ ਰਹਿ ਸਕਦੇ ਸਨ। ਪਰ ਸਾਡੀ ਲੀਡਰਸ਼ਿਪ ਨੇ ਇਹ ਗੱਲ ਸੋਚੀ ਹੀ ਨਹੀਂ। ਇਹ ਤਾਂ ਗੱਲ ਸੈਕੰਡਰੀ ਨੇ। ਪਹਿਲੀ ਗੱਲ ਉਹੀ ਨਹੀਂ ਸੋਚੀ ਕਿ ਪੰਜਾਬ ਸਾਡਾ ਸੀ, ਮਹਾਰਾਜਾ ਦਲੀਪ ਸਿੰਘ ਦਾ ਪੰਜਾਬ ਸੀ। ਮਹਾਰਾਜਾ ਦਲੀਪ ਸਿੰਘ ਦਾ ਪੰਜਾਬ ਸਾਨੂੰ ਵਾਪਸ ਲੈਣਾ ਚਾਹੀਦਾ ਸੀ। ਅਸੀਂ ਇਹੀ ਗੱਲ ਨਹੀਂ ਸੋਚੀ, ਹੋਰ ਗੱਲਾਂ ਕਿਵੇਂ ਸੋਚ ਲੈਂਦੇ? ਇਹਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ। ਅੱਜ ਪੰਜਾਬ ਦੇ ਲੀਡਰਾਂ ਨੂੰ ਤੇ ਪੰਜਾਬ ਦੇ ਲੇਖਕਾਂ ਨੂੰ ਇਹ ਨਹੀਂ ਗੱਲ ਕਰਨੀ ਚਾਹੀਦੀ। ਮੇਰੀ ਸਾਰਿਆਂ ਅੱਗੇ ਮੇਰਾ ਸੰਦੇਸ਼ ਹੈ, ਜੇ ਕੋਈ ਨੋਟ ਕਰਦਾ ਤੁਹਾਡੇ ਜਰੀਏ, ਅਸੀਂ ਸਾਰਾ ਜ਼ੋਰ ਲਾ ਰੱਖਿਆ ਪੰਜਾਬ ਨੂੰ, ਪੰਜਾਬ ਦੀ ਦੇਣ ਕੀ ਹੈ ਹਿੰਦੁਸਤਾਨ ਨੂੰ, ਪੰਜਾਬ ਦੀ ਕੀ ਦੇਣ ਹੈ ਹਿੰਦੁਸਤਾਨ ਨੂੰ। ਇਹ ਗੱਲ ਨਹੀਂ ਲਿਖਣੀ ਅਸੀਂ। ਮੇਰੇ ਆਪਣੇ ਦੋਸਤਾਂ ਨੂੰ ਜਿਹੜਾ ਮੇਰੀ ਗੱਲ ਸੁਣਦੇ ਨੇ, ਮੈਂ ਇਹ ਕਹਿਣਾ ਚਾਹੁੰਦਾ, ਹਿੰਦੁਸਤਾਨ ਤੋਂ ਪੁੱਛੋ ਕਿ ਹਿੰਦੁਸਤਾਨ ਦੀ ਪੰਜਾਬ ਨੂੰ ਕੀ ਦੇਣ ਹੈ। ਪੰਜਾਬ ਦਾ 80% ਤੋਂ ਉੱਪਰ ਪਾਣੀ ਲੈ ਲਿਆ ਹਿੰਦੁਸਤਾਨ ਨੇ। ਉਹ ਭੁੱਖੀਆਂ ਸਟੇਟਾਂ ਨੂੰ ਗਿਆ, ਪਿਆਸੀਆਂ ਸਟੇਟਾਂ ਨੂੰ ਗਿਆ। ਸਾਨੂੰ ਹਿੰਦੁਸਤਾਨ ਨੇ ਇੰਡੀਆ ਦੇ ਕਿਹੜੇ ਦਰਿਆ ਦਾ ਪਾਣੀ ਦਿੱਤਾ ਹੈ? ਸਾਨੂੰ ਹਿੰਦੁਸਤਾਨ ਦੀ ਗਵਰਨਮੈਂਟ ਨੇ ਹਿੰਦੁਸਤਾਨ ਦੇ ਕਿਹੜੇ ਦਰਿਆ ਦਾ ਪਾਣੀ ਦਿੱਤਾ ਹੈ? ਹਿੰਦੁਸਤਾਨ ਦੀ ਗਵਰਨਮੈਂਟ ਨੇ ਸਾਡੇ ਕੋਲੋਂ ਪੁਰਾਣੀ ਰਾਜਧਾਨੀ ਖੁੱਸਣ ਦੇ ਬਾਵਜੂਦ ਵੀ ਜਿਹੜੀ ਨਵੀਂ ਰਾਜਧਾਨੀ ਬਣਾਈ ਸੀ ਉਹ ਵੀ ਖੋਲੀ। ਸਾਡੇ ਪੰਜਾਬੀ ਸੂਬੇ ਨੂੰ ਕਿਹੜੀ ਰਾਜਧਾਨੀ ਦਿੱਤੀ ਹੈ? ਇਹੀ ਦੇਣ ਹੈ ਹਿੰਦੁਸਤਾਨ ਦੀ। ਪੈਸੇ ਇੱਥੋਂ ਇਕੱਠੇ ਕਰਨੇ ਹੈ, ਫੌਜਾਂ ਦੇ ਵਿੱਚ ਭਰਤੀ ਇੱਥੋਂ ਕਰਨੀ ਹੈ। ਸਾਡੀ ਮੂਰਖ ਲੀਡਰਸ਼ਿਪ ਕਹਿ ਰਹੀ ਹੈ ਹੋਰ ਭਰਤੀ ਕਰੋ, ਹੋਰ ਭਰਤੀ ਕਰੋ। ਕਿਉਂ? ਤੁਸੀਂ ਆਪਦੇ ਮੁੰਡੇ ਹਿੰਦੁਸਤਾਨ ਲਈ ਮਰਵਾਉਣ ਲਈ ਜੰਮੇ ਨੇ। ਜਿਹਨੇ ਆਪਣੀ ਦੇਸ਼ ਦੀ ਰੱਖਿਆ ਕਰਨੀ ਆਪ ਹੀ ਭਰਤੀ ਕਰੇਗਾ। ਉਹ ਸਾਡੀਆਂ ਇਹ ਮੰਗਾਂ ਨੇ, ਮਤਲਬ ਸਾਡੀ ਲੀਡਰਾਂ ਦੀਆਂ ਮੰਗਾਂ ਨੇ, ਸਿੱਖਾਂ ਦੀ ਭਰਤੀ ਖੁੱਲੀ ਹੋਣੀ ਚਾਹੀਦੀ ਹੈ। ਉਹ ਜਿਹੜੇ ਕੰਟਰੀ ਨੂੰ ਲੋੜ ਹੋਊ ਆਪ ਹੀ ਭਰਤੀ ਕਰੂਗਾ। ਉਹ ਜਦੋਂ ਲੋੜ ਪੈਂਦੀ ਹੈ ਬੰਦਿਆਂ ਨੂੰ ਫੌਜ ਦੀ ਭਰਤੀ ਕਰਨ ਦੀ, ਉਸ ਦੇਸ਼ ਦੀ ਗਵਰਨਮੈਂਟ ਨੂੰ ਆਪਣੀ ਚਿੰਤਾ ਖੜੀ ਹੋ ਜਾਂਦੀ ਹੈ। ਯੂਕਰੇਨ ਨੇ ਅੱਜ ਸਾਰੀ ਦੁਨੀਆ ਨੂੰ ਸੱਦਾ ਦਿੱਤਾ ਹੋਇਆ ਕਿ ਜਿਹੜਾ ਕੋਈ ਯੂਕਰੇਨ ਲਈ ਆ ਕੇ ਲੜਨਾ ਚਾਹੁੰਦਾ ਉਹਦੇ ਲਈ ਵੀਜ਼ਾ ਖੁੱਲ੍ਹਾ ਹੈ।
ਇਸ ਕਰਕੇ ਜੇ ਤੁਹਾਡੇ ਮੁੰਡਿਆਂ ਦੀ ਲੋੜ ਪਈ ਆਪੀ ਖੋਲੂਗੀ ਇਹ ਮੰਗ ਕਰਨ ਦੀ ਲੋੜ ਹੀ ਨਹੀਂ ਕੋਈ। ਸਾਨੂੰ ਮੰਗ ਕਰਨ ਦੀ ਲੋੜ ਇਹ ਹੈ, ਸਾਨੂੰ ਤੁਸੀਂ ਹੁਣ ਤੱਕ ਕੀ ਦਿੱਤਾ ਉਹ ਦੇ ਕੇ ਦਿਖਾਓ ਪਹਿਲਾਂ। ਜੇ ਤੁਸੀਂ ਕੁਝ ਵੀ ਲਏ ਬਗੈਰ ਹਿੰਦੁਸਤਾਨ ਦੇ ਵਿੱਚ ਰਲ ਕੇ ਚੱਲ ਰਹੇ ਹੋ, ਇਹ ਤੁਹਾਡਾ ਗੀਦੀਪਣਾ ਹੈ, ਇਹ ਤੁਹਾਡਾ ਅਹਿਸਾਨ ਨਹੀਂ ਹੈ। ਮੇਰਾ ਇਹ ਗੱਲ ਨੂੰ ਮੈਂ ਤੁਹਾਡੇ ਰਜੀ ਨੇ ਕਹਿਣਾ ਚਾਹੁੰਦਾ ਸੀ, ਮੈਂ ਕਹਿ ਦਿੱਤੀ ਹੈ। ਮੇਰਾ ਆਖਰੀ ਸਵਾਲ ਹੈ ਸਰ ਕਿ ਇਹ ਹੋ ਗਿਆ ਸੰਕਟ ਜਿੰਨਾ ਅਕਾਲੀ ਦਲ ਤੇ ਬਾਦਲ ਪਰਿਵਾਰ ਕਰਕੇ ਜਾਂ ਹੋਰ ਬਾਕੀ ਧਿਰਾਂ ਕਰਕੇ ਜੋ ਕੁਝ ਹੋਇਆ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ ਤੱਕ। ਸਵਾਲ ਹੁਣ ਇਹ ਆ ਕਿ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਉਹ ਅਕਾਲੀ ਦਲ ਨੂੰ ਬਚਾਉਂਦੇ ਸੰਯੁਕਤ ਬਣਾ ਲਿਆ ਤੇ ਉਹ ਤੋਂ ਅਸਤੀਫਾ ਦੇ ਰਹੇ ਨੇ। ਹਾਂਜੀ, ਸੁਖਦੇਵ ਸਿੰਘ ਸੁਖਬੀਰ ਜੀ, ਇਹਨਾਂ ਵਰਗੀ ਬ੍ਰਹਮਪੁਰਾ ਮੈਂ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਕਹਿ ਦਿੰਦਾ ਜੀ, ਜਿਹੜੇ ਬੰਦੇ ਨੇ ਬੀਜੇਪੀ ਦੇ ਉੱਤੇ ਆਸ ਰੱਖੀ ਹੋਈ ਹੈ ਉਹ ਸਿੱਖਾਂ ਦਾ ਨੁਮਾਇੰਦਾ ਨਹੀਂ ਹੋ ਸਕਦਾ। ਜੀ ਜੀ ਜੀ, ਮੈਂ ਆਪਣਾ ਸਵਾਲ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾ ਰਿਹਾ ਹੈ, ਪ੍ਰਕਾਸ਼ ਸਿੰਘ ਬਾਦਲ ਤੋਂ ਕਹਿੰਦੇ ਪੰਥ ਰਤਨ ਖੋਲੋ। ਅਕਾਲੀ ਦਲ ਦੀ ਮੁੜ ਸੁਰਜੀਤੀ ਦਾ ਰਾਹ ਕਿੱਥੇ ਦੇਖਦੇ ਹੋ? ਕਿ ਜਦੋਂ ਤੱਕ ਪਹਿਲੀ ਗੱਲ ਤਾਂ ਕਿਉਂਕਿ ਸਿੱਖ ਪ੍ਰਚਾਰ ਦੀ ਆਉਂਦੀ ਹੈ ਨਾ ਕਿ ਪ੍ਰਸਾਰ ਤੇ ਪ੍ਰਚਾਰ ਨਹੀਂ ਹੋਇਆ, ਜੇ ਹੋਇਆ ਤੇ ਅਕਾਲੀ ਦਲ ਦੇ ਵਿੱਚ ਸਿੱਖ ਚਿਹਰੇ ਹੁੰਦੇ ਜਾਂ ਸਿੱਖ ਸਿਆਸਤਦਾਨ ਹੁੰਦੇ, ਸਿੱਖ ਨੌਜਵਾਨ ਹੁੰਦੇ, ਅੰਮ੍ਰਿਤਧਾਰੀ ਹੁੰਦੇ, ਉਹ ਪ੍ਰਚਾਰ ਨਹੀਂ ਹੋਇਆ। ਕਿ ਇਹ ਹੁਣ ਅਕਾਲੀ ਦਲ ਜਿਵੇਂ ਕਹਿੰਦੇ ਕਿ ਪ੍ਰਧਾਨ ਸਾਹਿਬ ਨੂੰ ਮਿਲਣਗੇ ਤੇ ਕਹਿੰਦੇ ਪ੍ਰਧਾਨ ਸਾਹਿਬ ਤਾਂ ਸ਼ੇਪ ਕਰ ਰਹੇ ਨੇ, ਮੈਂ ਕਈ ਵਾਰੀ ਸੁਣਿਆ, ਤੇ ਇਹ ਹਾਸੋਹੀਣਾ ਬਣਾ ਕੇ ਰੱਖ ਦਿੱਤਾ। ਕੋਨੇ ਮੋਨਿਆਂ ਦੇ ਸਿਰ ਦੇ ਉੱਤੇ ਤੁਸੀਂ ਪੰਥਕ ਸਿਆਸਤ ਕਰਦੇ ਹੋ। ਆ ਜਿਹੜੀ ਤੁਹਾਡੀ ਗੱਲ ਵਿਚਾਲੇ ਆ ਸੁਖਵਿੰਦਰ ਸਿੰਘ ਕੇ ਪ੍ਰਧਾਨ ਜਥੇਦਾਰ ਸਾਹਿਬ ਤਾਂ ਸ਼ੇਵ ਕਰ ਰਹੇ ਨੇ, ਇਹ ਗੱਲ ਬਹੁਤ ਉੜੀ ਹੋਈ ਆ ਪਟਿਆਲੇ ਜੀ। ਕੋਨੇ ਮੋਨੇ ਜਦੋਂ ਜਥੇਦਾਰ ਬਣਾਓਗੇ ਨਾ ਫਿਰ ਇਹੀ ਗੱਲਾਂ ਹੋਣਗੀਆਂ। ਤੁਸੀਂ ਜਦੋਂ ਇਹ ਜਿਹੀਆਂ ਗੱਲਾਂ ਹੋਣਗੀਆਂ ਤੁਸੀਂ ਪੰਥ ਦੀ ਜਿੱਤ ਕਿੱਥੇ ਸਮਝਦੇ ਹੋ? ਮੈਂ ਇਸ ਗੱਲ 'ਚ ਨਹੀਂ ਪੈਂਦਾ ਕਿ ਵੱਡੇ ਬਾਦਲ ਕੋਲੋਂ ਪੰਥ ਰਤਨ ਦਾ ਖਿਤਾਬ ਖੋਲੋ, ਖੋਹੋ ਨਾ ਖੋਹੋ, ਉਹਦੀ ਵੈਲਿਊ ਕੋਈ ਨਹੀਂ। ਉਹਦੀ ਵੈਲਿਊ ਕੀ ਹੈ? ਉਹਦੀ ਵੈਲਿਊ ਕੋਈ ਨਹੀਂ। ਸੁਖਬੀਰ ਬਾਦਲ ਕੋਲੋਂ ਅਸਤੀਫਾ ਮੰਗੋ ਨਾ ਮੰਨੋ, ਉਹਦੀ ਕੋਈ ਵੈਲਿਊ ਨਹੀਂ। ਮੇਰਾ ਕਹਿਣਾ ਇਹ ਹੈ ਸੁਖਵਿੰਦਰ ਸਿੰਘ ਤੁਹਾਡੇ ਜਰੀਏ ਸ਼੍ਰੋਮਣੀ ਕਮੇਟੀ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਦਲ ਪਰਿਵਾਰ ਕੋਲੋਂ ਆਜ਼ਾਦ ਕਰਵਾਓ। ਪਹਿਲਾ ਸਟੈਪ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਜੇ ਉਹਨਾਂ ਦੇ ਚੁਗਲ ਚੋਂ ਕੱਢ ਲਓਗੇ ਤੁਹਾਡੀ ਸੁਤੰਤਰਤਾ ਵੱਲ ਤੁਹਾਡਾ ਮਾਰਗ ਖੁੱਲ ਜਾਏਗਾ। ਜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਾਉਣਾ ਹੈ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਕੋਲੋਂ ਖੋਹੋ। ਆਜ਼ਾਦ ਕੌਣ ਕਰਵਾਏਗਾ? ਪੰਥ, ਜਿਹਨੂੰ ਪੰਥ ਦਾ ਦਰਦ ਹੈ। ਪੰਥ ਕੌਣ ਹੈ ਇਹ ਵੀ ਤਾਂ ਲੋਕਾਂ ਨੂੰ ਸਮਝ ਆਉਣੀ ਚਾਹੀਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ, ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵਾਸ ਰੱਖਣ ਵਾਲਾ, ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਪੰਥ ਹੈ। ਸਾਨੂੰ ਰੀਆਰਗੇਨਾਈਜ਼ ਹੋਣਾ ਪਊਗਾ। ਸਾਨੂੰ ਤੁਸੀਂ ਆਪਣੇ ਥਾਂ ਤੇ ਬੈਠੇ ਬੋਲੀ ਜਾਂਦੇ ਹੋ, ਮੈਂ ਆਪਣੀ ਥਾਂ ਤੇ ਬੈਠੇ ਬੋਲੀ ਜਾਂਦਾ, ਹੋਰ ਸਾਰੇ ਆਪਣੀ ਥਾਂ ਤੇ ਬੈਠੇ ਬੋਲੀ ਜਾਂਦੇ ਨੇ। ਜਦੋਂ ਤੱਕ ਇਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਕੋਈ ਲੀਡਰ ਰੀਆਰਗੇਨਾਈਜ਼ ਕਰਨ ਲਈ ਨਹੀਂ ਬੋੜਦਾ ਤੇ ਇਹ ਪੰਥ ਇਕੱਠਾ ਨਹੀਂ ਹੋਵੇਗਾ। ਜਿੱਦੇ ਕੋਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਬੰਦਾ ਪੰਥ ਨੂੰ ਮਿਲ ਗਿਆ, ਪੰਥ ਰੀਆਰਗੇਨਾਈਜ਼ ਹੋਣ ਲੱਗ ਪਿਆ, ਇਹਨਾਂ ਦੀਆਂ ਭਾਜੜਾਂ ਪੈ ਜਾਣਗੀਆਂ। ਸੁਖਵਿੰਦਰ ਸਿੰਘ ਕਿਹਦੇ ਹੱਥਾਂ 'ਚ ਛੱਡਿਆ ਜਾਏ ਕਿ ਭਿੰਡਰਾਂਵਾਲਿਆਂ ਵਰਗਾ ਕੌਣ ਕਿਵੇਂ ਆਏਗਾ? ਫਿਰ ਤਾਂ ਕੁਦਰਤ ਦੇ ਹੱਥ ਵਿੱਚ ਹੋ ਗਿਆ। ਤੁਸੀਂ ਆਪਣੇ ਥਾਂ ਤੇ ਤਿਆਰ ਹੋ ਜਾਓ, ਮੈਂ ਆਪਣੇ ਥਾਂ ਤੇ ਤਿਆਰ ਹਾਂ, ਦੂਜੇ ਆਪਣੇ ਥਾਂ ਤੇ ਤਿਆਰ ਹੋਣਗੇ। ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ, ਸੱਚੀ ਮੁੱਚੀ ਤੁਸੀਂ ਆਪਣੇ ਜਜ਼ਬਾਤਾਂ ਤੋਂ ਕੋਈ ਨਾ ਕੋਈ ਉੱਭਰ ਕੇ ਆਏਗਾ। ਜ਼ਰੂਰ ਆਏਗਾ, ਜ਼ਰੂਰ ਆਏਗਾ, ਜ਼ਰੂਰ ਆਏਗਾ, ਜ਼ਰੂਰ ਆਏਗਾ। ਜੇ ਨਾ ਆਇਆ ਕੋਈ ਸਮਝੋ ਸਾਡਾ ਵਿਸ਼ਵਾਸ ਪੱਕਾ ਨਹੀਂ। ਜ਼ਰੂਰ ਆਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।